ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਔਰੀਸਨ ਸੁਪਰ ਸਪੈਸ਼ਲਿਟੀ ਹਸਪੀਟਲ ਇਨਫਰਟਿਲਿਟੀ ਐਂਡ ਟਰਾਮਾ ਸੈਂਟਰ ਆਪੋਜ਼ਿਟ ਗ੍ਰੈਂਡ ਵਾਕ ਮਾਲ ਬਾਰੇਵਾਲ ਰੋਡ ਲੁਧਿਆਣਾ। ਇਸ ਹਸਪਤਾਲ ਦੀ ਸ਼ੁਰੂਆਤ ਸੰਨ 2014 ਵਿੱਚ ਹੋਈ। ਔਰੀਸਨ ਹਸਪੀਟਲ ਇੱਕ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਜਿੱਥੇ ਆਧੁਨਿਕ ਯੁੱਗ ਦੀ ਹਰ ਮਾਡਰਨ ਸੁਵਿਧਾ ਉਪਲਬਧ ਹੈ। ਇਸ ਹਸਪੀਟਲ ਦੇ ਵਨ ਆਫ ਦਾ ਐਮਡੀਜ਼ ਨਰੇਸ਼ ਘਈ ਜੀ ਤੇ ਹੋਰ ਐਮਡੀਜ਼ ਦੇ ਸਦਕਾ ਇਹ ਹਸਪੀਟਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਇਸ ਹਸਪਤਾਲ ਵਿੱਚ ਨਿੱਕੂ ਤੇ ਪਿੱਕੂ ਦੀ ਫੈਸਿਲਿਟੀ ਵੀ ਉਪਲਬਧ ਹੈ ਅਤੇ ਇਸ ਹਸਪੀਟਲ ਵਿੱਚ ਨਸ਼ਾ ਛੁਡਾਊ ਕੇਂਦਰ ਵੀ ਹੈ। ਸਾਡੀ ਟੀਮ ਨੇ ਇਸ ਹਸਪੀਟਲ ਦੇ ਡਾਕਟਰਸ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਇਸ ਹਸਪੀਟਲ ਬਾਰੇ ਜਾਣਕਾਰੀ ਦਿੱਤੀ। ਆਓ ਲੈ ਕੇ ਚੱਲਦੇ हैं ਤੁਹਾਨੂੰ ऑरिसन सुपर स्पेशलिटी हॉस्पिटल इनफर्टिलिटी एंड ट्रॉमा सेंटर लुधियाना। दर्शकों, पंजाब प्लस चैनल के हेल्थ प्लस प्रोग्राम में आपका स्वागत है। आज हम आए हैं ऑरिसन सुपर स्पेशलिटी हॉस्पिटल जो इनफर्टिलिटी एंड ट्रॉमा सेंटर है और बात कर रहे हैं डॉक्टर हरप्रीत कौर जी के साथ जो यहाँ एमडी मेडिसिन है और फ्रंट ऑफिस पे मतलब फ्रंट फुट पे आकर ये सेवाएँ देते हैं। चाहे वो कोरोना का एपिडेमिक था जिसमें इन्होंने बहुत बड़ी सेवा की है। डॉक्टर साहब, स्वागत है आपका हमारे स्पेशल शो में। थैंक यू सो मच। ਤੁਸੀਂ ਮੈਨੂੰ ਇੰਨਾ ऑनर ਬਖਸ਼ਿਆ, ਠੀਕ ਹੈ ਨਾ। ਤੇ ਮੈਂ ਇਸ ਹਸਪੀਟਲ 'ਚ ਆਈ ਥਿੰਕ 1 ਸਾਲ ਤੋਂ ਆ। ਪਹਿਲਾਂ ਮੈਂ ਫੋਰਟਿਸ ਵਿੱਚ ਸੀਗੀ ਤੇ ਇਹ ਹਸਪੀਟਲ ਸਾਡਾ 200 ਬੈਡਡ ਹਸਪੀਟਲ ਹੈਗਾ ਜਿਹਦੇ ਵਿੱਚ 14 ਬੈਡਸ ICU ਦੇ ਨੇ, ਰਿਕਵਰੀ ਹੈ, OT ਹੈ ਤੇ ਐਮਰਜੈਂਸੀ ਸਰਵਿਸਿਜ਼ ਪਲੱਸ ਕ੍ਰਿਟੀਕਲ ਕੇਅਰ ਸਰਵਿਸਿਜ਼ ਇਹ ਸਾਰੀਆਂ ਅਸੀਂ ਪ੍ਰੋਵਾਈਡ ਕਰਦੇ ਹੈਗੇ ਆ। ਤੇ ਈਵਨ ਕਾਰਡੀਅਕ ਪੇਸ਼ੈਂਟਸ, ਨਿਊਰੋ ਪੇਸ਼ੈਂਟਸ, ਕੋਈ ਵੀ ਪੇਸ਼ੈਂਟ ਸਾਡੇ ਕੋਲ ਸੈਪਟਿਕ ਦੇ ਪੇਸ਼ੈਂਟਸ ਆਉਂਦੇ ਨੇ, ਈਵਨ ਟਰਾਮਾ ਕੇਸਿਸ ਵੀ ਆਉਂਦੇ ਨੇ, ਵੀ ਹੈਂਡਲ ਐਜ਼ ਅ ਟੀਮ, ਠੀਕ ਹੈ ਨਾ। डॉक्टर ਕੀ ਕਹਿਣਾ ਚਾਹੋਗੇ ਕਿ ਇੱਕ ਐਸਾ ਹਸਪੀਟਲ ਜਿਹਦੇ ਵਿੱਚ ਗੈਸਟੋ ਦਾ ਯੂਨਿਟ, ਜਿਹਦੇ ਵਿੱਚ ਆਰਥੋ ਦਾ ਯੂਨਿਟ, ਜਿਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਚੈਕਿੰਗ ਹੈਗੀ ਆ, ਜਿੱਦਾਂ ਆਪਾਂ ਕਹਿ ਰਹੇ ਹਾਂ CT ਸਕੈਨ ਹੈ, MRI ਹੈ, ਮਤਲਬ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਜਿਹਦੇ ਵਿੱਚ ਜਦੋਂ ਬੰਦਾ ਆਉਂਦਾ, ਚਾਹੇ ਉਹ ਟਰੋਮਾ ਦਾ ਪੇਸ਼ੈਂਟ ਆ, ਚਾਹੇ ਉਹਨੇ ਗੋਡੇ ਚੂਲੇ ਬਦਲਾਣੇ ਹੈ, ਚਾਹੇ ਉਹਨੇ ਹਾਰਟ ਦਾ ਕੋਈ ਸਰਵਿਸਿਜ਼ ਲੈਣੀ ਹੈ, ਚਾਹੇ ਉਹਨਾਂ ਨੇ ਪੇਟ ਦੀ ਕਿਸੇ ਤਰ੍ਹਾਂ ਦੀ ਕੋਈ ਗੈਸਟਰੋ ਦੀ ਕੋਈ ਲੈਣੀ ਹੈਗੀ ਆ ਸਰਵਿਸ, ਤਾਂ ਇੱਕੋ ਹਸਪੀਟਲ ਦੇ ਵਿੱਚ ਇੱਕੋ ਛੱਤ ਦੇ ਥੱਲੇ ਉਹਨੂੰ ਸਭ ਕੁਝ ਮਿਲ ਜਾਂਦਾ ਔਰ ਉਹਨੂੰ ਕਿਤੇ ਭਟਕਣਾ ਨਹੀਂ ਪੈਂਦਾ। ਔਰ ਡਾਕਟਰਾਂ ਦੀ ਟੀਮਸ ਜਿਹੜੀ ਹੈਗੀ ਆ, ਐਨਸੀਜ਼ੀਆ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਇੱਕ ਹਮੇਸ਼ਾ ਜਿਹੜਾ ਹੈਗਾ ਡਾਕਟਰ, 1-2 ਜਿਹੜੇ ਡਾਕਟਰਸ ਹੈਗੇ ਆ ਉਹ ਰਾਊਂਡ ਦੀ ਕਲੌਕ ਜਿਹੜੇ ਹੈਗੇ ਆ ਇੱਥੇ ਹਾਜ਼ਰ ਰਹਿੰਦੇ ਆ ਕਿਉਂਕਿ ਬਾਰ-ਬਾਰ ਜਿਹੜੇ ਹੈਗੇ ਇਸ ਹਸਪੀਟਲ ਦੇ ਵਿੱਚ ਸਰਜਰੀਜ਼, ਇਸ ਹਸਪੀਟਲ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ। ਹਾਂਜੀ, ਇਹ ਚੀਜ਼ ਤਾਂ ਹੈਗੀ ਆ। ਅਸੀਂ ਨੋਰਮਲੀ ਜਿਹੜੇ ਕੰਸਲਟੈਂਟਸ ਹੁੰਦੇ ਆ ਮੋਰਨਿੰਗਸ ਵਿੱਚ ਤਾਂ ਹੁੰਦੇ ਹੀ ਆ, ਜਿਵੇਂ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਇੱਥੇ ਅਵੇਲੇਬਲ ਹੀ ਆ। ਜੇ ਅਸੀਂ ਕੰਸਲਟੈਂਟਸ ਨਹੀਂ ਅਵੇਲੇਬਲ ਹੈਗੇ ਬਟ ਸਾਡੇ ਰਾਊਂਡ ਦੀ ਕਲੌਕ ਜਿਹੜੇ EMO ਡਾਕਟਰਸ ਹੈਗੇ ਨੇ, ਦੇ ਆਰ ਸੋ ਮਚ ਟ੍ਰੇਨਡ ਕਿ ਉਹ ਈਜ਼ੀਲੀ ਸਾਰਾ ਕੁਝ ਹੈਂਡਲ ਕਰ ਲੈਂਦੇ ਨੇ ਤੇ ਵੀ ਆਰ ਆਲਵੇਜ਼ ਔਨ ਦਾ ਫੋਨ ਡਿਸਕਸਿੰਗ ਐਵਰੀਥਿੰਗ ਐਂਡ ਆਲ ਦੇ ਆਰ ਫੋਲੋਇੰਗ ਆਲ ਦੀ ਆਰਡਰਸ, ਠੀਕ ਹੈ। ਤੇ ਬਾਈ ਚਾਂਸ ਰਾਤ ਤੇ ਸਾਨੂੰ ਆਉਣਾ ਪਵੇ, ਵੀ ਆਰ ਆਲਵੇਜ਼ ਅਵੇਲੇਬਲ, ਠੀਕ ਹੈ ਨਾ। ਇਹ ਸੀ ਕੋਈ ਗੱਲ ਨਹੀਂ ਹੈਗੀ। ਕੋਈ ਵੀ ਕਿਸੇ ਤਰ੍ਹਾਂ ਦਾ ਵੀ ਪੇਸ਼ੈਂਟ ਆਉਂਦਾ ਹੈਗਾ, ਵੀ ਆਰ ਰੈਡੀ ਟੂ ਸਰਵ ਦੈਮ। ਡਾਕਟਰ ਸਾਹਿਬ, ਡਾਕਟਰ ਹਰਪ੍ਰੀਤ ਜਿਹੜੇ ਹੈਗੇ ਆ ਉਹ ਇੱਕ ਐਸੇ ਡਾਕਟਰ ਆ ਜਿਹੜੇ ਬਚਾਉਣ ਵਾਲੇ ਪੇਸ਼ੈਂਟ ਨੂੰ, ਸ਼ੂਗਰ ਵਾਲੀ ਆਪਾਂ ਗੱਲ ਕਰ ਲਈ, ਜਿਹੜੇ ਪ੍ਰੀ ਡਾਇਬਟਿਕ ਪੇਸ਼ੈਂਟ ਹੈ, ਅਗਰ ਉਹ ਟਾਈਮ ਰਹਿੰਦੇ ਤੁਹਾਡੇ ਕੋਲ ਆ ਜਾਂਦੇ ਆ ਤਾਂ ਉਹਨਾਂ ਨੂੰ ਤੁਸੀਂ ਮੈਡੀਸਨ ਤੋਂ ਬਿਨਾਂ ਹੀ ਲਾਈਫ ਸਟਾਈਲ ਦੇ ਨਾਲ ਔਰ ਆਪਣੀ ਕਾਉਂਸਲਿੰਗ ਦੇ ਨਾਲ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਦਿੰਦੇ ਹੋ। ਕੀ ਕਹਿਣਾ ਚਾਹੋਗੇ? देखो, ऑब्वियसली प्री डायबिटीज़ ऐसी चीज़ है जो बहुत ज़्यादा फैल रही है। रीज़न बीइंग अपना लाइफस्टाइल बहुत गंदा होया, फिजिकल एक्टिविटी घटी हुई है, वेट गेन ज़्यादा हो रहा, ओबीस लोग ज़्यादा हैगे ने, जिहदे करके इक्यूमुलेशन ऑफ फैट करके ही ऑब्वियसली तुहाडी जिहड़ी इंसुलिन की पावर हैगी ਉਹ घट जाती है। भावें इंसुलिन अच्छी बन रही होवे पर पावर घट जाती है, जिहदे नाल डायबिटीज़ होने के चांसेस होंदे। ਉਹਦਾ ਇੱਕੋ इलाज है वेट लॉस करना, ठीक ने। जे टाइम रहंदे वेट लॉस हो जाऊगा ਫਿਰ ਓਬਵੀਅਸਲੀ ਦਵਾਈਆਂ ਦੀ ਕਈ ਵਾਰੀ ਲੋੜ ਵੀ ਨਹੀਂ ਪੈਂਦੀ, ਤੁਹਾਡੀ ਡਾਇਬਟੀਜ਼ ਬਿਲਕੁਲ ਗਾਇਬ ਹੀ ਹੋ ਜਾਂਦੀ ਹੈ, ਠੀਕ ਹੈ ਨਾ। ਈਵਨ ਇਫ ਯੂ ਹੈਵ ਅ ਪੇਰੈਂਟ ਹਿਸਟਰੀ ਫਿਰ ਵੀ ਡਾਇਬਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਈਵਨ ਐਟ अर्ਲੀ ਸਟੇਜ ਵਿਦਆਊਟ ਮੈਡੀਸਿਨ, ਜੇ ਵੇਟ ਕੰਟਰੋਲ ਅੱਛਾ ਕੀਤਾ ਜਾਏ, ਡਾਇਟ ਕੰਟਰੋਲ ਅੱਛਾ ਕੀਤਾ ਜਾਏ। ਅਤੇ ਓਬਵੀਅਸਲੀ ਉਹ ਸਰਵਿਸਿਜ਼ ਪਲੱਸ ਡਾਇਟਰੀ ਸਰਵਿਸਿਜ਼ ਸਾਡੇ ਕੋਲ ਅੱਛੀਆਂ ਹੈਗੀਆਂ ਨੇ। ਵੀ ਹੈਵ ਗੁੱਡ ਡਾਇਟੀਸ਼ੀਅਨਸ ਟੂ ਕਾਉਂਸਲ ਐਵਰੀ ਪੇਸ਼ੈਂਟ। ਦੱਸੋ, ਇੱਕ ਆਦਮੀ ਜਿਹੜਾ ਇੱਕ ਪੇਸ਼ੈਂਟ ਹੈਗਾ ਉਹਨੂੰ ਕਦੋਂ ਮੰਨਿਆ ਜਾਵੇ ਡਾਇਬਟਿਕ ਹੈਗਾ? ਕਿਉਂਕਿ एक ऐसी बीमारी है, बंदा मान लो कोई कैंप लग गया, उन्हें अपना टेस्ट करा लिया, उत्ते उसकी शुगर सही आ गई, ठीक है। और कदे वो सुबह वाली आप गल कर लीए, की कहना चाहोगे मतलब शुगर की अगर आप कंफर्मेशन जी हैगी किस तरीके तो आप लै सकते हैं? देखो, गाइडलाइनस अमेरिकन डायबिटीज़ एसोसीएशन वालियां आउंदियां ने, जिहदे विच पैरामीटर्स हुंदे आ। जिवें कह लो, जे फास्टिंग पहलां तां
ਜੋ ਪੁਰਾਣੀਆਂ ਗਾਈਡਲਾਈਨਸ ਸੀਗੀਆਂ ਉਹਦੇ ਵਿੱਚ ਜੇ ਤੁਹਾਡੀ ਫਾਸਟਿੰਗ ਸ਼ੂਗਰ 110 ਤੋਂ ਉੱਪਰ ਹੈ ਦੈਟ ਮੀਨਸ ਯੂ ਆਰ ਸਟਾਰਟਿੰਗ ਟੂਵਰਡਸ ਡਾਇਬਟੀਜ਼, ਤੇ ਜੇ 126 ਤੋਂ ਉੱਪਰ ਹੈ ਤਾਂ ਡਾਇਬਟਿਕ ਹੈਗੇ ਹੋ ਤੁਸੀਂ। ਇਹ ਫਾਸਟਿੰਗ ਦੇ ਜਿਹੜੇ ਰੂਲਸ ਨੇ ਅੱਜ ਕੱਲ੍ਹ ਉਹਨਾਂ ਨੇ 110 ਤੋਂ 100 ਤੱਕ ਕਰ ਦਿੱਤਾ ਸੋ ਦੈਟ ਈਵਨ ਮੋਰ ਪੇਸ਼ੈਂਟਸ ਕੈਨ ਬੀ ਸਕਰੀਨਡ ਅਤੇ ਛੇਤੀ ਤੋਂ ਛੇਤੀ ਟਰੀਟਮੈਂਟ ਹੋ ਸਕੇ। ਅੱਜ ਕੱਲ੍ਹ ਗਾਈਡਲਾਈਨ ਕੀ ਹੈਗੀ ਹੈ ਕਿ 100 ਤੋਂ ਥੱਲੇ ਨੋਰਮਲ ਹੈ ਫਾਸਟਿੰਗ, 126 ਤੋਂ ਉੱਪਰ ਤੁਹਾਡੀ ਡਾਇਬਟੀਜ਼ ਹੈ। 100 ਤੇ 126 ਦੇ ਵਿਚਕਾਰ ਪ੍ਰੋਬਬਲੀ ਯੂ ਆਰ ਪ੍ਰੀ ਡਾਇਬਟਿਕ। ਇਹ ਫਾਸਟਿੰਗ ਦੇ ਕੰਡੀਸ਼ਨਸ ਨੇ। ਖਾਣਾ ਖਾਣ ਤੋਂ 2 ਘੰਟੇ ਬਾਅਦ ਜੇ 140 ਤੋਂ ਥੱਲੇ ਹੈ ਤਾਂ ਨੋਰਮਲ ਹੈ, ਤੇ 200 ਤੋਂ ਉੱਪਰ ਹੈ ਤਾਂ ਡਾਇਬਟੀਜ਼ ਹੈ, ਤੇ 140 ਤੇ 200 ਦੇ ਵਿਚਕਾਰ ਪ੍ਰੋਬਬਲੀ ਯੂ ਆਰ ਪ੍ਰੀ ਡਾਇਬਟਿਕ। ਇਹ ਇੱਕ ਜਸਟ ਰਫ ਐਸਟੀਮੇਸ਼ਨ ਹੈਗਾ, ਰਾਈਟ। ਕਨਫਰਮੇਸ਼ਨ ਇੱਕ ਜਿਹੜਾ 3 ਮਹੀਨੇ ਦਾ ਟੈਸਟ ਹੁੰਦਾ ਜਿਹਨੂੰ ਆਪਾਂ HbA1c ਕਹਿੰਦੇ ਆ, ਉਹਦੇ ਨਾਲ ਕਨਫਰਮੇਸ਼ਨ ਹੁੰਦੀ ਹੈ। ਉਹਦੀ ਵੀ ਗਾਈਡਲਾਈਨਸ ਹੈ ਜੇ 6.5 ਤੋਂ ਉੱਪਰ ਹੈਗਾ ਤਾਂ ਦੈਟ ਮੀਨਸ ਯੂ ਆਰ ਡਾਇਬਟਿਕ। 6.5 ਤੋਂ ਥੱਲੇ ਤੇ 5.5 ਤੋਂ ਉੱਪਰ ਤੁਸੀਂ ਪ੍ਰੀ ਡਾਇਬਟਿਕ ਹੈਗੇ। 5.5 ਤੋਂ ਥੱਲੇ ਤੁਹਾਨੂੰ ਕੋਈ ਡਾਇਬਟੀਜ਼ ਨਹੀਂ ਹੈਗੀ। ਇਹ ਕੈਟਾਗਰੀਜ਼ ਓਬਵੀਅਸਲੀ ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ ਦੀਆਂ ਗਾਈਡਲਾਈਨਸ ਵੱਲੋਂ ਹੀ ਆਈਆਂ ਹੋਈਆਂ ਨੇ। ਅਸੀਂ ਉਹਨਾਂ ਨੂੰ ਹੀ ਫੋਲੋ ਕਰਦੇ ਹਾਂ, ਈਵਨ ਲੈਬ ਵੀ ਉਹਨਾਂ ਨੂੰ ਹੀ ਫੋਲੋ ਕਰਦੀ ਹੈਗੀ, ਉਹਦੇ ਅਕੋਰਡਿੰਗਲੀ ਰਿਪੋਰਟਸ ਆਉਂਦੀਆਂ ਨੇ। ਡਾਕਟਰ ਸਾਹਿਬ, ਜਿੱਦਾਂ ਕਰੋਨਾ ਦਾ ਐਪੀਡੈਮਿਕ ਆਇਆ, ਬੜਾ ਔਖਾ ਸਮਾਂ ਸੀਗਾ ਔਰ ਇਸ ਹਸਪੀਟਲ ਨੇ ਫਰੰਟ ਫੁੱਟ ਤੇ ਆ ਕੇ ਸੇਵਾਵਾਂ ਕੀਤੀਆਂ ਔਰ ਤੁਹਾਨੂੰ ਕਰੋਨਾ ਵਾਇਰਸ ਦੇ ਜਿਹੜੇ ਹੈਗੇ ਆ ਉਹ ਵੀ ਪ੍ਰਾਈਜ਼ ਜਿਹੜੇ ਦਿੱਤੇ ਗਏ ਗੌਰਮੈਂਟ ਵੱਲੋਂ ਵੀ। ਕੀ ਕਹਿਣਾ ਚਾਹੋਗੇ ਕਿ ਇਹ ਹਸਪੀਟਲ ਹਮੇਸ਼ਾ ਲੋਕਾਂ ਦੇ ਹਿੱਤਾਂ ਦੇ ਲਈ ਖੜਾ ਹੈਗਾ ਔਰ ਕਦੋਂ ਵੀ ਕੋਈ ਐਸੀ ਮਹਾਮਾਰੀ ਜਿੱਦਾਂ ਆਈ ਸੀਗੀ ਤਾਂ ਇਹਦੇ ਵਿੱਚ ਨਾ ਆਕਸੀਜਨ ਦੀ ਕਮੀ ਸੀਗੀ, ਨਾ ਕਿਸੇ ਹੋਰ ਚੀਜ਼ ਦੀ ਕਮੀ ਸੀਗੀ ਔਰ ਡਾਕਟਰਸ ਰਾਊਂਡ ਦੀ ਕਲੌਕ ਜਿਹੜਾ ਹੈਗਾ ਪੇਸ਼ੈਂਟਸ ਦੇ ਲਈ ਔਰ ਨਰਸਿੰਗ ਸਟਾਫ ਜਿਹੜਾ ਹੈਗਾ ਬਹੁਤ ਮੁਸਤੱਦੀ ਦੇ ਨਾਲ ਉਹਨਾਂ ਨੇ ਸੇਵਾ ਕੀਤੀ। ਹਾਂ, ਮੈਂ ਜੁਆਇਨ ਆਈ ਥਿੰਕ ਸੈਕੰਡ ਵੇਵ ਤੋਂ ਬਾਅਦ ਕੀਤਾ ਹੈਗਾ, ਬਟ ਜਦੋਂ ਉਸ ਤੋਂ ਬਾਅਦ ਕੋਵਿਡ ਦੇ ਕੇਸਿਸ ਆਏ ਨੇ ਤਾਂ ਐਵਰੀਬਡੀ ਵਾਜ਼ ਰੈਡੀ ਟੂ ਸਰਵ, ਠੀਕ ਹੈ ਨਾ। ਈਵਨ ਆਈ ਥਿੰਕ ਕੋਈ ਪ੍ਰੋਬਲਮ ਆਈ ਨਹੀਂ ਸਾਨੂੰ ਕਿ ਕੋਈ ਆਕਸੀਜਨ ਦੀ ਕਮੀ ਹੋਵੇ ਜਾਂ ਅਸੀਂ ਕਹੀਏ ਵੀ ਸਾਨੂੰ ਸਿਲੰਡਰਸ ਲਈ ਭੱਜਣਾ ਪੈ ਰਿਹਾ ਹੈ ਜਾਂ ਸਾਨੂੰ ਕਮੀ ਹੋ ਰਹੀ ਹੈ ਜਾਂ ਕੋਈ ਪ੍ਰੋਬਲਮਸ ਆ ਰਹੀ ਹੈ, ਪੇਸ਼ੈਂਟ ਕੋਈ ਪ੍ਰੋਬਲਮ ਫੇਸ ਕਰ ਰਿਹਾ। ਆਈ ਥਿੰਕ ਨਰਸਿਸ, EMOs, ਈਵਨ ਦ ਕੰਸਲਟੈਂਟਸ, ਅਸੀਂ ਸਾਰਿਆਂ ਨੇ ਮਿਲ ਕੇ ਐਜ਼ ਅ ਟੀਮ ਵਧੀਆ ਹੈਂਡਲ ਕੀਤਾ ਹੈਗਾ ਤੇ ਪ੍ਰੋਬਬਲੀ ਆਈ ਥਿੰਕ ਪੇਸ਼ੈਂਟਸ ਵੁੱਡ ਬੀ ਥੈਂਕਫੁਲ ਟੂ ਦੈਟ। ਦੱਸੋ ਕੀ ਕਹਿਣਾ ਚਾਹੋਗੇ ਕਿ ਜਿਹੜੇ ਅੱਜ ਹਾਰਟ ਦੀ ਆਪਾਂ ਗੱਲ ਕਰ ਲਈਏ ਤਾਂ ਹਾਰਟ ਨੂੰ ਵੀ ਲੋਕ ਜਿਹੜੇ ਬਲੱਡ ਪ੍ਰੈਸ਼ਰ ਨੂੰ ਵੀ ਪਹਿਲਾਂ ਲਾਈਟਲੀ ਲੈਂਦੇ ਰਹਿੰਦੇ ਆ, ਲੇਕਿਨ ਇੱਕਦਮ ਜਦੋਂ ਇਹ ਚੀਜ਼ਾਂ ਵਧਣ ਵਾਲੇ ਪਾਸੇ ਜਾਂਦੀਆਂ ਤੇ ਚਾਹੇ ਉਹ ਸਟ੍ਰੋਕਸ ਆ ਜਾਣ, ਚਾਹੇ ਉਹ ਹਾਰਟ ਦੀ ਕੋਈ ਪ੍ਰੋਬਲਮ ਆ ਜਾਵੇ, ਕੀ ਕਹਿਣਾ ਚਾਹੋਗੇ ਕਿ ਬਲੱਡ ਵੀ, ਜਿਵੇਂ ਤੁਸੀਂ ਸ਼ੂਗਰ ਦੀ ਗੱਲ ਕਰੀ ਹੈ ਤੇ ਬਲੱਡ ਦੇ ਵੀ ਪੈਰਾਮੀਟਰਾਂ ਵਿੱਚ ਇਹਦੀ ਬੰਦੇ ਨੂੰ ਚੈੱਕ ਕਰਾਉਣਾ ਚਾਹੀਦਾ ਹੈਗਾ ਬਲੱਡ ਪ੍ਰੈਸ਼ਰ ਡੇਲੀ। ਆਈ ਥਿੰਕ ਆਫਟਰ ਅ ਪਰਟੀਕੂਲਰ ਏਜ, ਠੀਕ ਹੈ ਨਾ, ਡੇਲੀ ਚੈੱਕ ਹੋਣਾ ਚਾਹੀਦਾ ਬਿਕੋਜ਼ ਸਕਰੀਨਿੰਗ ਇਜ਼ ਅ ਮਸਟ, ਠੀਕ ਹੈ ਨਾ। ਨੋਰਮਲੀ ਜਦੋਂ ਅਸੀਂ ਫੋਰਟਿਸ ਵਿੱਚ ਹੁੰਦੇ ਸੀ ਤਾਂ ਪ੍ਰੀ ਐਨੂਅਲ ਚੈੱਕਅਪਸ ਲਈ ਸਾਡੇ ਕੋਲ ਪੇਸ਼ੈਂਟਸ ਪ੍ਰੀ ਮੈਡੀਕਲਸ ਲਈ ਆਉਂਦੇ ਰਹਿੰਦੇ ਸੀਗੇ ਤੇ ਆਈ ਥਿੰਕ ਐਵਰੀਬਡੀ ਸ਼ੁੱਡ ਗੈਟ ਪ੍ਰੀਵੈਂਟਿਵ ਹੈਲਥ ਚੈੱਕਸ ਡਨ, ਜਿਵੇਂ ਕਿ ਸਾਲ 'ਚ ਇੱਕ ਵਾਰ ਹਰ ਬੰਦੇ ਨੂੰ ਆਪਣੇ ਸਾਰੇ ਟੈਸਟਸ ਪਲੱਸ ਇੱਕ ਫਿਜ਼ੀਸ਼ੀਅਨ ਦਾ ਚੈੱਕਅਪ ਕਰਾਉਣਾ ਹੀ ਚਾਹੀਦਾ, ਪਲੱਸ ਇੱਕ ਡਾਇਟੀਸ਼ੀਅਨ ਕੰਸਲਟ ਲੈਣੀ ਚਾਹੀਦੀ ਹੈ, ਜਿਹਦੇ ਕਰਕੇ ਕੀ ਹੈ ਕਿ ਜੇ ਅਰਲੀ ਸਟੇਜਸ ਨੇ ਤਾਂ ਛੇਤੀ ਤੋਂ ਛੇਤੀ ਸਕਰੀਨਿੰਗ ਹੋਵੇ ਤੇ ਨਾਲ ਦੀ ਨਾਲ ਟਰੀਟਮੈਂਟ ਸਟਾਰਟ ਹੋ ਸਕੇ। ਤਾਂ ਅਗਰ ਆਪਾਂ ਗੱਲ ਕਰ ਲਈਏ ਹਾਰਟ ਦੇ ਪੇਸ਼ੈਂਟਸ ਦੀ ਗੱਲ ਕਰ ਲਈਏ, ਆਪਾਂ ਨਿਊਰੋ ਦੇ ਪੇਸ਼ੈਂਟਸ ਦੀ, ਉਹ ਮਲਟੀ ਸੈਂਸਿਸ ਹੁੰਦੇ ਜਿਹੜੇ ਏਜਡ ਲੋਕ ਹੁੰਦੇ ਨੇ ਔਰ ਇਹ ਹਸਪੀਟਲ ਜਿਹੜਾ ਕੰਬੀਨੇਸ਼ਨ ਆਫ ਡਾਕਟਰਸ ਹੈਗਾ, ਹਰ ਤਰ੍ਹਾਂ ਦੀ ਡਾਕਟਰਾਂ ਦੀ ਟੀਮ ਆ। ਕੀ ਕਹਿਣਾ ਚਾਹੋਗੇ ਕਿ ਇਹ ਬੜਾ ਸੇਫ ਔਰ ਬਿਲਕੁਲ ਜਦੋਂ ਆਪਾਂ ਸ਼ਹਿਰ ਦੇ ਵਿੱਚ ਐਂਟਰ ਕਰਦੇ ਹਾਂ ਉਸ ਜੰਕਚਰ 'ਤੇ ਬਣਿਆ ਹੋਇਆ ਔਰ ਬਿਲਕੁਲ A ਕਲਾਸ, ਜਿੱਦਾਂ ਪੂਰੇ AC ਰੂਮਸ ਨੇ, ਬੰਦੇ ਨੇ ਜਿਸ ਤਰ੍ਹਾਂ ਦੀ ਫੈਸਿਲਿਟੀ ਚਾਹੁੰਦਾ ਬੰਦਾ ਉਸੇ ਤਰ੍ਹਾਂ ਦੀ ਫੈਸਿਲਿਟੀ ਮਿਲਦੀ ਹੈ। ਹਾਂ, ਇੰਸ਼ੋਰੈਂਸਸ ਪੂਰੀਆਂ ਹੈਗੀਆਂ ਨੇ ਸਾਡੇ ਕੋਲੇ, ਪ੍ਰੋਪਰ ਪ੍ਰਾਈਵੇਟ ਰੂਮਸ ਹੈਗੇ ਨੇ, ਇੱਕ ਡੈਡੀਕੇਟਡ ICU ਟੀਮ ਹੈਗੀ ਹੈ, ਪਲੱਸ ਜਿਹੜੇ ਕ੍ਰਿਟੀਕਲ ਕੇਅਰ ਦੇ ਹੈੱਡ ਹੈਗੇ ਨੇ, ਪਲੱਸ ਅਸੀਂ ਵੀ ਆਲਸੋ ਐਜ਼ ਫਿਜ਼ੀਸ਼ੀਅਨਸ ਆਲਸੋ ਸਾਰੀ ਟੀਮ ICU ਵਾਲੇ ਜਿਹੜੇ ਵੀ ਮਲਟੀ, ਜਿਵੇਂ ਕਹਿ ਲਓ ਬਹੁਤ ਸਾਰੀਆਂ ਬਿਮਾਰੀਆਂ ਇਕੱਠੀਆਂ ਓਲਡ ਏਜ ਪ੍ਰੋਬਲਮਸ ਆ ਜਾਂਦੀਆਂ ਨੇ, ਜਿਹਦੇ 'ਚ ਡਾਇਬਟੀਜ਼ ਵੀ ਹੈ, BP ਵੀ ਹੈ, ਕਿਡਨੀ ਡਿਜ਼ੀਜ਼ ਵੀ ਹੈ, ਕੋਈ ਨਿਊਰੋ ਦੀ ਪ੍ਰੋਬਲਮ ਵੀ ਹੈ, ਪਲੱਸ ਯੂਰਿਨ ਇਨਫੈਕਸ਼ਨ ਹੋ ਗਈ, ਬਹੁਤ ਜ਼ਿਆਦਾ ਸੈਪਸਿਸ ਹੋ ਗਿਆ, ਇਹੋ ਜਿਹੇ ਪੇਸ਼ੈਂਟ ਜਿਹਨੂੰ ICU ਦੀ ਲੋੜ ਹੈਗੀ ਹੈ, ਤਾਂ ਉਹਦੇ ਲਈ ਸਾਡੇ ਕੋਲ ਪ੍ਰੋਪਰ ਇੱਕ ਡੈਡੀਕੇਟਡ ਟੀਮ ਹੈਗੀ ਜਿਹੜੀ ਕਿ ਰਾਊਂਡ ਦ ਕਲੌਕ ਵਰਕ ਕਰ ਰਹੀ ਹੈ। ਦੱਸ, ਅਗਰ ਆਪਾਂ ਗੱਲ ਕਰ ਲਈਏ ਅੱਜ ਦਾ ਜਿਹੜਾ ਮਾਡਰਨ ਰਾਜੀ ਦੇ ਵਿੱਚ ਨਸ਼ੇ ਬਹੁਤ ਵੱਧ ਰਹੇ ਨੇ ਔਰ ਨਸ਼ਿਆਂ ਦੇ ਲਈ ਸਾਡੇ ਕੋਲ ਇੱਥੇ ਇਸ ਹਸਪੀਟਲ ਦੇ ਵਿੱਚ ਬਹੁਤ ਹੀ ਵਧੀਆ ਡਾਕਟਰਸ ਜਿਹੜੇ ਨਸ਼ਿਆਂ ਦੇ ਲਈ ਇੱਕ ਡੀ ਐਡਿਕਸ਼ਨ ਸੈਂਟਰ ਜਿਹੜਾ ਹੈਗਾ ਉਹ ਵੀ ਇਸੇ ਹਸਪੀਟਲ ਦੇ ਵਿੱਚ ਚੱਲ ਰਿਹਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਲਈ ਆਈ ਥਿੰਕ ਡਾਕਟਰ ਗੁਰਪ੍ਰਤਾਪ ਸੰਧੂ ਇਜ਼ ਡੂਇੰਗ ਅ ਵੈਰੀ ਗੁੱਡ ਜੌਬ ਐਂਡ ਹੀ ਇਜ਼ ਡੈਡੀਕੇਟਡ ਹਿਮਸੈਲਫ ਟੂ ਦੋਜ਼ ਪੀਪਲ ਹੂ ਆਈ ਥਿੰਕ ਜਿਹੜੇ ਕਿ ਨਸ਼ੇ ਕਰਦੇ। ਸਾਡੇ ਕੋਲ ਤਾਂ
ਓਵਰਡੋਜ਼ਸ ਵਾਲੇ ਜ਼ਿਆਦਾਤਰ ਆਉਂਦੇ ਹੈਗੇ ਨੇ ਬਿਕੋਜ਼ ਫਿਰ ਉਸ ਟਾਈਮ ਤੇ ਐਮਰਜੈਂਸੀ ਜੋ ਟ੍ਰੀਟਮੈਂਟ ਦੇਣੀ ਹੁੰਦੀ ਆ ਅਸੀਂ ਐਜ਼ ਅ ਫਿਜ਼ੀਸ਼ੀਅਨ ਦੇ ਦਿੰਦੇ ਹੈਗੇ ਬਟ ਡੀ ਐਡਿਕਸ਼ਨ ਤਾਂ ਆਈ ਥਿੰਕ ਇਟ ਇਜ਼ ਹਿਸ ਫੋਟੇ ਦੈਨ ਹੀ ਇਜ਼ ਡੂਇੰਗ ਇਟ ਵੈਰੀ ਵੈਲ ਥੈਂਕ ਯੂ ਮੈਡਮ। ਥੈਂਕ ਯੂ ਇਟਸ ਬੀਨ ਐਨ ਆਨਰ। ਦਰਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਔਰੀਸਨ ਹਸਪੀਟਲ, ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਿਹਾ ਔਰ ਮਾਇਓ ਡਾਇਗਨੋਸਟਿਕ ਸੈਂਟਰ, ਜਿਹਦੇ ਵਿੱਚ ਹਰ ਤਰ੍ਹਾਂ ਦੇ ਸਿਟੀ ਸਕੈਨ ਦੀ ਗੱਲ ਕਰ ਲਈਏ, MRI ਦੀ ਗੱਲ ਕਰ ਲਈਏ, ਹੋਰ ਲੇਟੈਸਟ ਜਿਹੜੇ ਹੈਗੇ ਆ ਸਾਰੇ ਤਰ੍ਹਾਂ ਦੇ ਸਕੈਨਸ ਜਿਹੜੇ ਹੈਗੇ ਇੱਥੇ ਹੁੰਦੇ ਨੇ। ਔਰ ਉਹਦੇ ਨਾਲ ਨਾਲ ਔਰੀਸਨ ਨਸ਼ਾ ਛਡਾਊ ਕੇਂਦਰ, ਉਹਦੇ ਨਾਲ ਨਾਲ ਇਨਫਰਟਿਲਿਟੀ ਸੈਂਟਰ, ਉਹਦੇ ਨਾਲ ਨਾਲ ਗੈਸਟਰੋ, ਹਰ ਤਰ੍ਹਾਂ ਦੀ ਫੈਸਿਲਿਟੀਜ਼ ਇਸ ਹਸਪੀਟਲ ਮੌਜੂਦ ਨੇ। ਔਰ ਜਿਹੜੀਆਂ ਕਿ ਸਾਨੂੰ ਇਹ ਇੱਥੋਂ ਦੇ HR ਟੀਮ ਔਰ ਮੈਡਮ ਜਿਹੜੇ ਆ ਉਹ ਸਾਰਾ ਸਾਨੂੰ ਵਿਜ਼ਿਟ ਕਰਾਉਣਗੇ। ਮੈਡਮ ਤੁਹਾਡਾ ਦੋਨਾਂ ਦਾ ਸਵਾਗਤ। Welcome to Orson Super Specialty Hospital and Mayo Diagnostic Center, and I am Neeraj Chauhan, working here as an HR manager. I would like to give you a round of our hospital, what facilities we are providing and what centers we have. ਨਵਜੋਤ ਕੌਰ ਕੋਆਰਡੀਨੇਟਰ ਆਰਥੋ। ਵੈਲਕਮ ਸਰ ਤੁਹਾਡਾ ਔਰਸਨ ਹਸਪੀਟਲ ਵਿੱਚ ਆਉਣ ਲਈ। We see that we have divided our functions into 2 receptions. So this is our Mayo Diagnostic dedicated reception. When we enter, we have our sample collection center on the right side. So we have an advanced laboratory where we do the testing and all the blood tests and other samples are taken. So let's go over there. We have our technicians over here, those who take the samples, and they are well qualified. We do the sample collection of all kinds, blood, including urine and the stool as well. So the team is very well qualified about the same. And then on the left hand side we have our ultrasound area and our team of medical transcriptionists. All our MTs are there and they are also well versed in their work, and they do have the experience in the same domain from so many few years. And let's meet about them. ਮੈਂ ਅਮਨਪ੍ਰੀਤ ਕੌਰ ਇੱਥੇ ਪਿਛਲੇ 5 ਸਾਲਾਂ ਤੋਂ ਇੱਥੇ ਹੀ ਹਾਂ। ਸੋ ਸਾਡੇ ਕੋਲ ਇੱਦਾਂ ਦਾ ਸਟਾਫ ਹੈ ਜਿਨ੍ਹਾਂ ਨੂੰ 5 ਜਾਂ 6 ਸਾਲ ਦਾ ਪੂਰਾ ਐਕਸਪੀਰੀਅੰਸ ਹੈ। ਡਾਕਟਰ ਨੀਰਜ ਬਾਂਸਲ OPD, we have our IT room here, and Mr. Jatin Pandey is chief IT head who is working here since the organization has started, and he's our first employee of the organization. And let's have interview with him. ਥੈਂਕ ਯੂ ਮੈਮ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਤਿਨ ਹੈ ਔਰ ਮੈਂ ਹਸਪੀਟਲ ਦੇ ਨਾਲ ਸਟਾਰਟਿੰਗ ਤੋਂ ਕੰਮ ਕਰਦਾ ਇੱਥੇ। ਸਾਡੇ ਕੋਲ ਪੇਸ਼ੈਂਟ ਵਾਸਤੇ ਇੱਕ ਛੋਟੇ ਟੈਸਟ ਤੋਂ ਲੈ ਕੇ ਵੱਡੇ ਤੋਂ ਵੱਡੇ ਆਪਰੇਟ ਤੱਕ ਦਾ ਸਾਰਾ ਕੁਝ ਆਪਣੇ ਕੋਲ ਇਨ ਹਾਊਸ ਹੀ ਹੈ। ਜੇ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ ਤਾਂ ਉਹਨੂੰ ਕਿਸੇ ਟੈਸਟ ਵਾਸਤੇ ਜਾਂ ਕਿਸੇ ਵੀ ਪ੍ਰੋਸੀਜਰ ਵਾਸਤੇ, ਕਿਸੇ ਵੀ ਚੀਜ਼ ਵਾਸਤੇ ਹਸਪੀਟਲ ਤੋਂ ਬਾਹਰ ਜਾਣ ਦੀ ਲੋੜ ਨਹੀਂ ਹੈ। ਮਤਲਬ ਪੇਸ਼ੈਂਟ ਦੇ ਸਭ ਤੋਂ ਪਹਿਲਾਂ ਅਸੀਂ ਇੱਥੇ ਪੇਸ਼ੈਂਟ ਵਾਸਤੇ ਦੇਖਿਆ ਕਿ ਪੇਸ਼ੈਂਟ ਨੂੰ ਇੱਥੇ ਕਿਸ ਚੀਜ਼ ਦੀ ਲੋੜ ਹੋ ਸਕਦੀ ਹੈ, ਉਹਨੂੰ ਤਕਲੀਫ ਨਾ ਹੋਵੇ, ਕੋਈ ਪ੍ਰੋਬਲਮ ਨਾ ਹੋਵੇ, ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਹਰ ਚੀਜ਼ ਦਾ ਇੰਤਜ਼ਾਮ ਕੀਤਾ ਹੈ। ਔਰ ਇੱਥੇ ਦਾ ਇੰਪਲੋਈ ਹੋਣ ਦੇ ਨਾਤੇ ਵੀ, ਔਰ ਉੱਦਾਂ ਵੀ ਮੈਂ ਇੱਕ ਗੱਲ ਕਹੂੰਗਾ ਕਿ ਸ਼ਾਇਦ ਹੀ ਕੋਈ ਪੇਸ਼ੈਂਟ ਇੱਦਾਂ ਦਾ ਹੋਏਗਾ ਜਿਹੜਾ ਸਾਡਾ ਸੈਟਿਸਫਾਈ ਹੋ ਕੇ ਇੱਥੋਂ ਨਹੀਂ ਜਾ ਰਿਹਾ। ਔਰ ਬਸ ਅਸੀਂ ਇਹੀ ਚਾਹਾਂਗੇ ਕਿ ਸਾਡਾ ਹਸਪੀਟਲ ਇੱਦਾਂ ਹੀ ਵਧੀਆ ਚੱਲਦਾ ਰਹੇ ਔਰ ਸਾਰੇ ਪੇਸ਼ੈਂਟ ਇੱਥੋਂ ਸੈਟਿਸਫਾਈ ਹੋ ਕੇ ਹੀ ਜਾਣ। ਹੁਣ ਅਸੀਂ ਹਾਂ ਹਸਪੀਟਲ ਦੇ ਨਰਸਿੰਗ ਸਟੇਸ਼ਨ ਦੇ ਵਿੱਚ। ਮੈਡਮ ਕੀ ਕਹਿਣਾ ਚਾਹੋਗੇ ਕਿ ਜਿਹੜਾ ਇੱਥੋਂ ਦਾ ਨਰਸਿੰਗ ਦਾ ਸਿਸਟਮ ਹੈਗਾ, ਜਿਸ ਤਰੀਕੇ ਦੇ ਨਾਲ ਰਾਊਂਡ ਦੀ ਕਲੌਕ ਨਰਸਿਸ ਜਿਹੜੀ ਹੈਗੀਆਂ, ਪਹਿਲੀ ਗੱਲ ਪੋਜ਼ਿਟਿਵ ਮੈਂਟੈਲਿਟੀ, ਖੁਸ਼ੀ ਇਹਨਾਂ ਦੇ ਮੂੰਹ ਦੇ ਉੱਤੇ ਹੁੰਦੀ ਹੈ ਔਰ ਹਮੇਸ਼ਾ ਇਹਨਾਂ ਨੂੰ ਕਾਉਂਸਲ ਕੀਤਾ ਜਾਂਦਾ ਕਿ ਪੇਸ਼ੈਂਟ ਨੇ ਆਉਣਾ ਆਪਣੇ ਕੋਲੇ ਔਰ ਪੇਸ਼ੈਂਟ ਨੂੰ ਟ੍ਰੀਟਮੈਂਟ ਇੰਨੇ ਜ਼ਿਆਦਾ ਗ੍ਰੇਸਫੁਲ ਤਰੀਕੇ ਦੇ ਨਾਲ ਤੁਸੀਂ ਕਰਨਾ ਕਿ ਹਮੇਸ਼ਾ ਤੁਹਾਡੇ ਫੇਸ ਇੰਪ੍ਰੈਸ਼ਨ ਲਾਈਟ ਰਹਿਣ। ਬਿਲਕੁਲ ਸਰ, ਇਹ ਸਾਡੇ ਸਟਾਫ ਨਰਸ ਨੇ ਪੂਜਾ ਮੈਮ, ਇਹ ਤੁਹਾਡੇ ਨਾਲ ਤੁਹਾਨੂੰ ਦੱਸਣਗੇ ਵੀ ਇਹ ਕਿੰਨੇ ਸਾਲਾਂ ਤੋਂ ਹਸਪੀਟਲ ਦੇ ਵਿੱਚ ਕੰਮ ਕਰਦੇ ਨੇ ਤੇ ਇਹਨਾਂ ਦੀਆਂ ਕੀ ਜੌਬ ਰਿਸਪੌਂਸਿਬਿਲਟੀਆਂ ਨੇ। ਹਾਂਜੀ ਪੂਜਾ ਮੈਮ। ਓਕੇ, ਜਿਵੇਂ ਇਹਨਾਂ ਨੇ ਕਿਹਾ ਕਿ ਮੇਰਾ ਨਾਮ ਪੂਜਾ ਹੈ ਤੇ ਮੈਂ ਇੱਥੇ 5 ਸਾਲਾਂ ਤੋਂ ਕੰਮ ਕਰ ਰਹੀ ਹਾਂ। ਨਰਸਿਸ ਦੀ ਰਿਸਪੌਂਸਿਬਿਲਟੀਆਂ ਕਿ ਕਿੱਦਾਂ ਪੇਸ਼ੈਂਟ ਨੂੰ ਕੇਅਰ ਪ੍ਰੋਵਾਈਡ ਕਰਨੀ ਹੈ, ਐਵਰੀਥਿੰਗ ਉਹਨਾਂ ਦੀ ਫੈਸਿਲਿਟੀ ਪ੍ਰੋਵਾਈਡ ਕਰਨੀ। ਜਿਵੇਂ ਵਰਨੇਬਲ ਕੈਟਾਗਰੀ ਦੇ ਹੁੰਦੇ ਆ ਪੇਸ਼ੈਂਟ ਸਾਡੇ ਕੋਲ, ਉਹਨਾਂ ਦੀ ਕੀ ਸਾਨੂੰ ਪ੍ਰੀਕਾਸ਼ਨਸ ਲੈਣੇ ਪੈਂਦੇ ਆ, ਬੈਡ ਸਾਈਡ ਰੀਲਸ ਹੋ ਗਈਆਂ, ਕੀ ਉਹਨਾਂ ਦੀ ਸੇਫਟੀ ਫਸਟ ਯੂਜ਼ ਕੀਤੇ ਜਾਂਦੇ ਆ, ਉਹਨਾਂ ਦੇ ਬੈਨਰ ਲਗਾਏ ਜਾਂਦੇ ਆ, ਪੂਰੀ ਕੇਅਰ ਪ੍ਰੋਵਾਈਡ ਕੀਤੀ ਜਾਂਦੀ। ਮਾਰਨਿੰਗ ਦੇ ਵਿੱਚ ਉਹਨਾਂ ਨੂੰ ਪੂਰਾ ਬਾਥ ਦਿੱਤਾ ਜਾਂਦਾ ਹੈ ਅਕੋਰਡਿੰਗ ਟੂ ਪੇਸ਼ੈਂਟਸ ਨੀਡ। ਇੱਥੇ ਪੂਰੀ ਫੈਸਿਲਿਟੀਜ਼ ਐਂਡ ਕੇਅਰ ਦਿੱਤੀ ਜਾਂਦੀ ਹੈ। ਜਿਵੇਂ ਕਿ ਜੀ ਪੂਜਾ ਮੈਮ ਨੇ ਦੱਸਿਆਗਾ, ਸਾਡੇ ਕੋਲ ਪੇਸ਼ੈਂਟ ਹਮੇਸ਼ਾ ਹੈਪੀ ਹੋ ਕੇ ਜਾਂਦੇ ਨੇ ਐਂਡ ਜੋ ਵੀ ਸਾਡਾ ਪੇਸ਼ੈਂਟ ਦਾ ਐਕਸਪੀਰੀਅੰਸ ਹੁੰਦਾ ਵਾ ਇਸ ਹਸਪੀਟਲ ਦੇ ਵਿੱਚ ਗੁੱਡ ਹੀ ਰਹਿੰਦਾ ਵਾ। ਹੁਣ ਮੈਂ ਤੁਹਾਨੂੰ ਦਿਖਾਉਂਗੀ 4th ਫਲੋਰ ਦੇ ਉੱਪਰ ਸਾਡੇ ਕੋਲ ਪ੍ਰਾਈਵੇਟ ਰੂਮ ਨੇ। ਜਿਵੇਂ ਕਿ ਮੈਂ ਤੁਹਾਨੂੰ ਦੱਸਾਂਗੀ ਕਿ ਸਾਡੇ 4th ਫਲੋਰ ਦੇ ਪ੍ਰਾਈਵੇਟ ਰੂਮ ਨੇ। ਹਾਂਜੀ, ਜਿੱਦਾਂ ਕਿ ਸਾਡੇ ਰੂਮ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਨੇ। ਪੇਸ਼ੈਂਟ ਦੀ ਬੈਡ ਸਾਈਡ ਦੇ ਉੱਪਰ ਆਕਸੀਜਨ, ਜੋ ਕਿ ਪੇਸ਼ੈਂਟ ਨੂੰ ਆਕਸੀਜਨ ਦੀ ਨੀਡ ਹੈ ਤਾਂ ਆਕਸੀਜਨ ਦੇ ਸਕਦੇ ਹਾਂ। ਹੁਣ ਅਸੀਂ ਆਏ ਹਾਂ ਔਰੀਸਨ ਹਸਪੀਟਲ ਦੇ AGI ਦੇ ਵਿੱਚ, ਜਿੱਥੇ ਕਿ ਗੈਸਟੋ ਦੇ ਸਾਰੇ ਪ੍ਰੋਬਲਮ ਜਿਹੜੀਆਂ ਸੋਲਵ ਕੀਤੀਆਂ ਜਾਂਦੀਆਂ। ਔਰ ਗੱਲ ਕਰ ਰਹੇ ਹਾਂ ਡਾਕਟਰ ਹਰਪਾਲ ਜੀ ਦੇ ਨਾਲ, ਜਿਹੜੇ ਗੈਸਟੋ ਸਰਜਨ ਨੇ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮਚ ਜੀ, ਧੰਨਵਾਦ ਬਹੁਤ। ਤੁਸੀਂ ਕੀ ਕਹਿਣਾ ਚਾਹੋਗੇ ਕਿ ਪਹਿਲਾਂ ਵਾਲੀਆਂ ਸਰਜਰੀਆਂ ਜਿਹੜੀਆਂ ਗੈਸਟੋ ਦੀਆਂ ਹੁੰਦੀਆਂ ਸੀ ਔਰ ਹੁਣ ਵਾਲੀਆਂ ਸਰਜਰੀਆਂ
ਜਿਨ੍ਹਾਂ 'ਚ ਕਾਫੀ ਫਰਕ ਹੈ ਔਰ ਪਹਿਲਾਂ ਜਿਸ ਤਰੀਕੇ ਦੇ ਨਾਲ ਚੀਰੇ ਬੜੇ ਵੱਡੇ ਔਰ ਲੋਕਾਂ ਨੂੰ ਸਟੇ ਬੜੀ ਜ਼ਿਆਦਾ ਵੱਡੀ ਸੀਗੀ, ਕੀ ਕਹਿਣਾ ਚਾਹੋਗੇ ਕਿ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਬਹੁਤ ਜਿੱਦਾਂ ਜਿੱਦਾਂ ਬਿਮਾਰੀਆਂ ਵੱਧ ਰਹੀਆਂ ਨੇ ਉੱਦਾਂ ਉੱਦਾਂ ਜਿਹੜੇ ਸਾਡੀਆਂ ਪ੍ਰੋਸੀਜਰਸ ਹੈਗੇ ਆ ਉਹ ਵੀ ਲਾਈਟ ਹੁੰਦੇ ਜਾ ਰਹੇ ਨੇ? ਬਿਲਕੁਲ, ਤੁਸੀਂ ਬਿਲਕੁਲ ਠੀਕ ਕਿਹਾ ਜੀ। ਅੱਜ ਦੀ ਡੇਟ ਦੇ ਵਿੱਚ ਅਗਰ ਮੈਂ ਦੇਖਿਆ ਜਾਵੇ ਤਾਂ ਪਿਛਲੇ ਅਗਰ 50 ਸਾਲਾਂ ਦੇ ਵਿੱਚ ਆਪਾਂ ਦੇਖੀਏ ਤਾਂ ਸਰਜਰੀ ਬਿਲਕੁਲ ਹੀ ਚੇਂਜ ਹੋ ਗਈ ਹੈ ਹੁਣ। ਪਹਿਲਾਂ ਕਹਿੰਦੇ ਹੁੰਦੇ ਸੀ ਕਿ ਬਿਗ ਸਰਜਨਸ ਮੇਕ ਬਿਗ ਇਨਸੀਜ਼ਨਸ, ਵੀ ਜਿੰਨਾ ਵੱਡਾ ਸਰਜਨ ਓਨਾ ਵੱਡਾ ਚੀਰਾ ਲਗਾਏਗਾ। ਬਟ ਅੱਜ ਦੀ ਡੇਟ ਦੇ ਵਿੱਚ ਸਾਡੀਆਂ 90 ਤੋਂ 95% ਜਿਹੜੀਆਂ ਸਰਜਰੀਆਂ ਉਹ ਲੈਪਰੋਸਕੋਪੀ ਜਾਂ ਲੇਜ਼ਰ ਦੇ ਨਾਲ ਹੁੰਦੀਆਂ। ਉਹਦੇ ਵਿੱਚ ਛੋਟੇ ਛੋਟੇ ਪੇਟ ਦੇ ਵਿੱਚ ਅਸੀਂ ਚੀਰੇ ਲਗਾ ਕੇ 2 3 4 ਜਗ੍ਹਾ ਦੇ ਵਿੱਚ ਉਹਦੇ ਵਿੱਚ ਹੀ ਸਾਰਾ ਜੋ ਵੀ ਬਿਮਾਰੀ ਆ ਉਹਨੂੰ ਠੀਕ ਕਰ ਦਿੰਦੇ ਆ। ਔਰ ਅੱਜ ਕੱਲ੍ਹ ਜਿਹੜੀਆਂ ਐਨਸਥੀਸੀਆ ਦੀਆਂ ਟੈਕਨੀਕਸ ਆ ਉਹ ਵੀ ਬਹੁਤ ਚੇਂਜ ਹੋ ਗਈਆਂ। ਬਿਲਕੁਲ ਪੇਨਲੈਸ ਸਰਜਰੀ ਹੋ ਗਈ ਹੈ, ਪੇਨਲੈਸ ਸਰਜਰੀ ਦਾ ਕਨਸੈਪਟ ਆ ਗਿਆ। ਇਸ ਤਰ੍ਹਾਂ ਦੀਆਂ ਦਵਾਈਆਂ, ਇਸ ਤਰ੍ਹਾਂ ਦੀਆਂ ਚੀਜ਼ਾਂ ਦਿੱਤੀਆਂ ਜਿਹਦੇ ਨਾਲ ਮਰੀਜ਼ ਦੀ ਜਿਹੜੀ ਰਿਕਵਰੀ ਹੈਗੀ ਉਹ ਬਹੁਤ ਫਾਸਟ ਹੋ ਜਾਂਦੀ ਹੈ। ਤਾਂ ਸਰ ਕੀ ਕਹਿਣਾ ਚਾਹੋਗੇ ਐਜ਼ ਏ ਸਰਜਨ? ਲੋਕ ਫਿਰ ਟੋਟਕਿਆਂ ਦੇ ਵਿੱਚ, ਕਿਉਂਕਿ ਗੈਸਟੋ ਜਦੋਂ ਪੇਸ਼ੈਂਟ ਹੁੰਦੇ ਆ ਲੋਕ ਆਪਣੇ ਦੇਸੀ ਇਲਾਜ ਆਪਣੀਆਂ ਹੋਰ ਚੀਜ਼ਾਂ ਦੇ ਵਿੱਚ ਜਾਂਦੇ ਰਹਿੰਦੇ ਨੇ ਔਰ ਉਹਦੇ 'ਚ ਬਿਮਾਰੀ ਨੂੰ ਇੰਨਾ ਕੁ ਜ਼ਿਆਦਾ ਵਧਾ ਲੈਂਦੇ ਨੇ ਕਿ ਉਹ ਸਰਜਰੀ ਵੀ ਜਿਹੜੀ ਹੈਗੀ ਆ ਮੁੜ ਕੇ ਕੰਪਲੀਕੇਟ ਹੋ ਜਾਂਦੀ ਆ। ਅਗਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਪ੍ਰੋਬਲਮ ਦੇ ਵਿੱਚ ਹੋ ਜਾਂ ਤੁਹਾਨੂੰ ਗੈਸਟੋ ਦੀ ਕੋਈ ਐਸੀ ਮੇਜਰ ਪ੍ਰੋਬਲਮ ਜਿਹੜੀ ਆਉਣ ਵਾਲੀ ਹੈਗੀ ਆ ਤਾਂ ਉਹਨਾਂ ਨੂੰ ਟਾਈਮ ਰਹਿੰਦੇ ਹੀ ਜਿਹੜੀ ਹੈਗੀ ਇਸ ਚੀਜ਼ ਦੇ ਨਾਲ ਅਟੈਚ ਹੋ ਜਾਣਾ ਚਾਹੀਦਾ। ਬਿਲਕੁਲ, ਤੁਸੀਂ ਬਿਲਕੁਲ ਠੀਕ ਕਿਹਾ ਜੀ। ਬਿਮਾਰੀ ਜਿਸ ਤਰ੍ਹਾਂ ਜਿੰਨੀ ਜਲਦੀ ਆਪਾਂ ਪਕੜ ਲਾਂਗੇ ਓਨਾ ਹੀ ਆਸਾਨ ਅਤੇ ਓਨਾ ਹੀ ਛੇਤੀ ਇਲਾਜ ਹੋ ਜਾਏਗਾ। ਉਹਦੇ ਨਾਲ ਬਿਮਾਰੀ ਨਹੀਂ ਵਧੀ ਹੋਏਗੀ, ਆਪਰੇਸ਼ਨ ਜਲਦੀ ਹੋ ਜਾਏਗਾ ਜਾਂ ਜੋ ਵੀ ਮੈਡੀਸਨ ਜਲਦੀ ਮਿਲ ਜਾਏਗੀ ਉਹ 'ਚ ਬਿਲਕੁਲ ਡੈਫੀਨੇਟਲੀ ਪੇਸ਼ੈਂਟ ਦਾ ਹੀ ਫਾਇਦਾ ਹੈ ਅਲਟੀਮੇਟਲੀ। ਸਰ ਇਹ ਜਿਹੜਾ ਇੱਕ ਲੋਕਾਂ ਦਾ ਲਾਈਫ ਸੇਵਿੰਗ ਜਿਹੜਾ ਹੈਗਾ ਸੈਂਟਰ ਬਣ ਚੁੱਕਾ, ਜਿਹਦੇ ਵਿੱਚ ਨੰਬਰ ਆਫ ਡਾਕਟਰਸ ਦੀ ਬੜੇ ਐਕਸਪੀਰੀਅੰਸ ਡਾਕਟਰ ਦੀ ਟੀਮ ਹੈਗੀ ਆ, ਜਿਹਦੇ ਵਿੱਚ ਗੈਸਟੋ ਦੀ ਹਰ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਹੈਗੀ ਆ ਸੋਲਵ ਹੁੰਦੀ ਹੈ ਇੱਕੋ ਛੱਤ ਦੇ ਥੱਲੇ। ਔਰ ਸਾਰੇ ਡਾਕਟਰਾਂ ਦਾ ਜਿਹੜਾ ਇਕੱਠਾ ਮਾਈਂਡ ਹੈ ਉਹਦੇ ਨਾਲ ਨਾਲ ਇੱਕ ਸੁਪਰ ਸਪੈਸ਼ਲਿਟੀ ਹਸਪੀਟਲ ਹੋਣ ਦੇ ਨਾਤੇ ਜਿਹੜਾ ਗੈਸਟੋ ਵਾਲੇ ਕੋਈ ਜ਼ਿਆਦਾ ਸੀਰੀਅਸ ਵਾਲਾ ਕੰਮ ਹੁੰਦਾ ਉਹਦੇ ਵਿੱਚ ਨਾਲ ਹਾਰਟ ਦੀ ਨਾਲ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਇੱਥੇ ਅਵੇਲੇਬਲ ਹੈ। ਸਾਡੇ ਕੋਲ ਇੱਥੇ ਬੈਸਟ ਜਿਹੜਾ ਆਪਣਾ ਇੰਡੀਆ ਦਾ ਐਂਡੋਸਕੋਪੀ ਟੈਕਨੀਕਸ, ਬੈਸਟ ਗੈਸਟ੍ਰੋਐਂਟਰੋਲੋਜਿਸਟ ਦੀ ਟੀਮ, ਬੈਸਟ ਸਰਜਨਸ ਦੀ ਟੀਮ ਹੈ ਅਤੇ ਬੈਸਟ ਐਨਸਥੀਸੀਆ ਪੀਪਲ ਨੇ। ਅਸੀਂ ਬਿਲਕੁਲ ਮਰੀਜ਼ ਦੀ ਸੇਫਟੀ ਦਾ ਧਿਆਨ ਰੱਖ ਕੇ ਪਹਿਲਾਂ ਕੰਮ ਕਰਦੇ ਹਾਂ, ਈਜ਼ੀ ਕੰਮ ਕਰਦੇ ਹਾਂ ਔਰ ਜਿਹਦੇ ਨਾਲ ਰਿਕਵਰੀ ਬਹੁਤ ਛੇਤੀ ਹੋਵੇ ਉਸ ਤਰ੍ਹਾਂ ਦਾ ਕੰਮ ਕਰਦੇ ਹਾਂ। ਜੋ ਵੀ ਆਪਣੇ ਵਰਲਡ ਦੇ ਸਟੈਂਡਰਡ ਹੈ ਉਹਦੇ ਹਿਸਾਬ ਨਾਲ ਅਸੀਂ ਹਰੇਕ ਚੀਜ਼ ਕਰਦੇ ਹਾਂ ਇੱਥੇ। ਡਾਕਟਰ ਸਾਹਿਬ, ਮੋਟਾਪੇ ਦੀ ਸਰਜਰੀ ਜਿਹੜੀ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਐਵੀਡੈਂਟ ਹੋ ਚੁੱਕੀ ਹੈਗੀ ਆ, ਕੀ ਇੱਥੇ ਮੋਟਾਪੇ ਦੀਆਂ ਸਰਜਰੀਜ਼ ਵੀ ਹੁੰਦੀਆਂ? ਹਾਂਜੀ, ਮੈਂ ਔਰ ਡਾਕਟਰ ਹਰਪ੍ਰੀਤ ਖੇਤਰਪਾਲ ਅਸੀਂ ਦੋਨੋਂ ਸਰਜਨ ਹਾਂ ਇੱਥੇ। ਅਸੀਂ ਇੱਥੇ ਮਿਲ ਕੇ ਬੈਰੀਐਟ੍ਰਿਕ ਸਰਜਰੀ ਜਾਂ ਜਿਹੜੀ ਮੈਟਾਬੋਲਿਕ ਸਰਜਰੀ ਉਹ ਵੀ ਕਰਦੇ ਹਾਂ। ਜਿਹੜੇ ਲੋੜਵੰਦ ਬਹੁਤ ਮੋਟੇ ਪੇਸ਼ੈਂਟਸ ਹੁੰਦੇ ਜਿਨ੍ਹਾਂ ਦਾ BMI 35 ਤੋਂ ਉੱਪਰ ਆ ਉਹਨਾਂ ਲਈ ਈਵਨ ਐਂਡੋਸਕੋਪੀ ਦੀਆਂ ਟੈਕਨੀਕਸ ਐਜ਼ ਵੈਲ ਐਜ਼ ਆਪਰੇਸ਼ਨ ਵਾਲੀਆਂ ਟੈਕਨੀਕਸ ਸਾਰੀਆਂ ਇੱਥੇ ਅਵੇਲੇਬਲ ਨੇ। ਔਰ ਅਗਰ ਆਪਾਂ ਬਲੂਨਿੰਗ ਦੀ ਗੱਲ ਕਰ ਲਈਏ, ਕਿਉਂਕਿ ਮੋਟਾਪੇ ਦੇ ਵਿੱਚ ਜਿਹੜੇ ਪੇਸ਼ੈਂਟ ਅੱਜ ਕੱਲ੍ਹ ਇਹ ਵੀ ਨਵਾਂ ਪ੍ਰੋਸੀਜਰ ਚੱਲਿਆ, ਬਲੂਨਿੰਗ ਵੀ ਇੱਥੇ ਹੁੰਦੀ ਹੈ? ਹਾਂਜੀ, ਜਿਹੜੇ ਐਂਡੋਸਕੋਪੀ ਦੇ ਮੇਰੇ ਜਿਹੜੇ ਕੋਲੀਗ ਨੇ ਜਿਹੜੇ ਗੈਸਟ੍ਰੋਐਂਟਰੋਲੋਜਿਸਟ ਆ, ਬੈਲੂਨ ਐਂਡ ਅੱਜ ਕੱਲ੍ਹ ਇੱਕ ਨਵੀਂ ਟੈਕਨੀਕ ਆਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਂਡੋਸਕੋਪਿਕ ਸਲੀਵ ਗੈਸਟ੍ਰੋਪਲਾਸਟੀ। ਐਂਡੋਸਕੋਪੀ ਦੇ ਨਾਲ ਅੰਦਰ ਜਾ ਕੇ ਅੰਦਰ ਸਟੋਮਿਕ ਨੂੰ ਸਿਲ ਦਿੱਤਾ ਜਾਂਦਾ ਬਿਲਕੁਲ ਜਿਸ ਤਰ੍ਹਾਂ ਆਪਰੇਸ਼ਨ ਦਾ। ਉਹ ਟੈਕਨੀਕ ਵੀ ਇੱਥੇ ਪੰਜਾਬ ਦੇ ਵਿੱਚ ਪਹਿਲਾ ਸੈਂਟਰ ਹੈ ਜਿੱਥੇ ਅਵੇਲੇਬਲ ਹੈ। ਦੱਸੋ ਕੀ ਕਹਿਣਾ ਚਾਹੋਗੇ ਕਿ ਇਹ ਟੈਕਨੀਕਸ ਜਿਹੜੀਆਂ ਸਾਰੀਆਂ ਉਹ ਅੱਜ ਕੱਲ੍ਹ ਲੈਪਰੋਸਕੋਪੀਕਲੀ ਆ ਔਰ ਕੋਈ ਜ਼ਿਆਦਾ ਵੱਡੇ ਕੱਟ ਨਹੀਂ? ਮੋਟਾਪੇ ਦਾ ਆਪਰੇਸ਼ਨ ਵੀ ਹੈ, ਇਹ ਨਹੀਂ ਵੀ ਢਿੱਡ ਕੱਟਣਾ ਪੈਂਦਾ ਬੰਦੇ ਦਾ, ਔਰ ਇਹ ਵੀ ਨਹੀਂ ਕਿ ਜਿਹੜਾ ਮੋਟਾਪੇ ਦਾ ਆਪਰੇਸ਼ਨ ਕਰਾ ਲਿਆ ਤਾਂ ਉਹਨੇ ਨਿਜ਼ਾਤ ਪਾਲੀ ਸਾਰੀ ਜ਼ਿੰਦਗੀ ਦੇ ਲਈ, ਉਹਨੂੰ ਆਪਣਾ ਲਾਈਫ ਸਟਾਈਲ ਤਾਂ ਫਿਰ ਵੀ ਸਹੀ ਰੱਖਣਾ ਪਊਗਾ। ਅਗਰ ਉਹਨੇ ਮੋਟਾਪੇ ਦਾ ਆਪਰੇਸ਼ਨ ਕਰ ਲਿਆ ਉਸ ਤੋਂ ਬਾਅਦ ਲੋਕ ਫਿਰ ਖਿੱਚ ਦਿੰਦੇ ਕੰਮ ਨੂੰ ਵੀ ਅਸੀਂ ਖਾਈ ਪਾਈ ਚੱਲੀਏ, ਫਿਰ ਦੁਬਾਰਾ ਮੋਟੇ ਹੋ ਜਾਂਦੇ, ਫਿਰ ਡਾਕਟਰਾਂ 'ਚ ਕੱਢਦੇ ਵੀ ਅਸੀਂ ਸਰਜਰੀ ਕਰਾਈ ਸੀਗੀ ਔਰ ਅਸੀਂ ਮੋਟਾਪੇ ਤੋਂ ਫਿਰ ਪਤਲੇ ਹੋ ਗਏ ਸੀ, ਫਿਰ ਮੋਟੇ ਹੋ ਗਏ। ਆਪਰੇਸ਼ਨ ਜਿਹੜਾ ਬੈਰੀਐਟ੍ਰਿਕ ਸਰਜਰੀ ਹੈ ਨਾ, ਇਹ ਇੱਕ ਚਾਂਸ ਹੁੰਦਾ ਪੇਸ਼ੈਂਟ ਨੂੰ ਆਪਣਾ ਲਾਈਫ ਸਟਾਈਲ ਚੇਂਜ ਕਰਨ ਲਈ। ਤੁਸੀਂ ਕੋਈ ਵੀ ਆਪਰੇਸ਼ਨ ਨੂੰ ਜਦੋਂ ਚੈਲੰਜ ਕਰਨ ਲੱਗ ਜਾਓਗੇ ਉਹ ਆਪਰੇਸ਼ਨ ਨੇ ਫੇਲ ਹੋਣਾ ਜੀ। ਇਹ ਇੱਕ ਤਰ੍ਹਾਂ ਦਾ ਇੱਕ ਸਟੇਜ ਹੁੰਦੀ ਹੈ, ਇੱਕ ਟਾਈਮ ਹੁੰਦਾ, 1-1.5 ਸਾਲ ਦੇ ਵਿੱਚ ਤੁਸੀਂ ਆਪਣਾ weight ਘਟਾ ਲਓ, ਫਿਰ ਜੋ ਲਾਈਫ ਸਟਾਈਲ ਮੋਡੀਫਿਕੇਸ਼ਨ ਹੈ ਅਤੇ ਜੋ ਡਾਈਟ ਤੁਹਾਨੂੰ ਦੱਸੀ ਜਾਂਦੀ ਹੈ ਉਸ ਹਿਸਾਬ ਨਾਲ ਚੱਲੋਗੇ ਤਾਂ ਫਿਰ ਜ਼ਿੰਦਗੀ ਪਰ ਫਿਰ ਆਰਾਮ ਰਹੇਗਾ, ਵਧੀਆ ਰਹੇਗਾ। ਡਾਕਟਰ ਸਾਹਿਬ, ਹੈਪੇਟਾਈਟਸ B ਤੇ C ਜਿਹਨੇ ਬਹੁਤ ਭਿਅੰਕਰ ਰੂਪ ਧਾਰਨ ਕੀਤਾ ਸੀਗਾ, ਕੀ ਇਹਨਾਂ ਦੇ ਵਾਇਰਸਾਂ ਦੇ ਜਿਹੜੇ ਹੈਗੇ ਆ ਅੱਗੇ ਨਾਲੋਂ ਉਹ ਵਾਇਰਸ ਜਿਹੜੇ ਹੈਗੇ ਆ ਉਹ ਨਰਮ ਪਏ ਆ ਕਿ ਮੈਡੀਸਨ ਸਾਡੀਆਂ ਜ਼ਿਆਦਾ ਵਧੀਆ ਆ ਗਈਆਂ ਕਿ ਹੈਪੇਟਾਈਟਸ B C ਨੂੰ ਟਰੀਟ ਕਰਨ ਦੇ ਲਈ ਅੱਜ ਬਹੁਤ ਵਧੀਆ ਟੈਕਨੀਕਸ ਹੈਗੀ? ਹੈਪੇਟਾਈਟਸ B ਜਾਂ C ਜਿਹਨੂੰ ਆਪਾਂ ਕਾਲਾ ਪੀਲੀਆ ਪੰਜਾਬੀ ਦੇ ਵਿੱਚ ਕਹਿ ਦਿੰਦੇ ਹੈਗੇ, ਉਹਦਾ ਅੱਜ ਕੱਲ੍ਹ ਟਰੀਟਮੈਂਟ ਬਹੁਤ ਵਧੀਆ ਹੋ ਗਿਆ ਹੈ। ਸਿਰਫ ਓਰਲ ਮੈਡੀਸਨਸ 3 ਮਹੀਨੇ ਦੀਆਂ ਲੈਣੀਆਂ ਅਤੇ ਹੈਪੇਟਾਈਟਸ C ਬਿਲਕੁਲ ਕਲੀਅਰ ਹੋ ਜਾਣਾ। ਇਹ ਇੱਕ ਸਾਇੰਸ ਦੇ ਵਿੱਚ ਬਹੁਤ ਵੱਡੀ ਇੱਕ ਇਹਦੇ ਵਿੱਚ ਇਹ ਚੀਜ਼ ਹੋਈ ਹੈਗੀ। ਪੇਸ਼ੈਂਟ ਨੂੰ ਅੱਗੇ ਪਹਿਲਾਂ ਦਵਾਈਆਂ ਹੁੰਦੀਆਂ ਸੀ, ਬਹੁਤ ਸਾਈਡ ਇਫੈਕਟ ਕਰਦੇ ਸੀ, ਹੁਣ ਅੱਜ ਕੱਲ੍ਹ ਇਹ ਬਹੁਤ ਇਲਾਜ ਸਸਤਾ ਅਤੇ ਟਿਕਾਊ ਅਤੇ ਐਨ ਵਧੀਆ ਹੋ ਗਿਆ ਜਿਹਦੇ ਨਾਲ ਹੈਪੇਟਾਈਟਸ C ਆਲਮੋਸਟ ਕਿਉਰ ਹੋ ਜਾਂਦਾ ਹੈ।
ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਜਦੋਂ ਬੰਦੇ ਨੂੰ ਹੈਪੇਟਾਈਟਸ ਬੀ ਜਾਂ ਸੀ ਹੁੰਦਾ ਸੀਗਾ ਉਸ ਤੋਂ ਬਾਅਦ ਆਪਣੇ ਆਪ ਹੀ ਟਿਊਮਰ ਬਣ ਜਾਂਦਾ ਸੀ, ਡਾਕਟਰਸ ਵੀ ਨਹੀਂ ਕੁਝ ਕਰ ਸਕਦੇ ਸੀ, ਕੀ ਮਤਲਬ ਇਹ ਕਿਵੇਂ ਅਸੀਂ ਮਤਲਬ ਇਸ ਚੀਜ਼ ਨੂੰ, ਇਹਦਾ ਮਤਲਬ ਕਿ ਉਸ ਟਾਈਮ ਦੇ ਉੱਪਰ ਮੈਡੀਕਲ ਸਾਇੰਸਿਸ ਵੀ ਮਤਲਬ ਪ੍ਰੋਬਲਮ ਦੇ ਵਿੱਚ ਆਏ ਫੇਲ ਹੋਏ, ਮਤਲਬ ਜਦੋਂ ਬੰਦੇ ਨੂੰ ਉਹ ਦੇਖਦੇ ਰਹਿੰਦੇ ਆ ਕਹਿੰਦੇ ਟਿਊਮਰ ਬਣ ਗਿਆ, ਸਾਨੂੰ ਪਤਾ 6 ਮਹੀਨੇ ਉਹ ਟਿਊਮਰ ਵੱਡਾ ਹੋ ਜਾਂਦਾ, ਪੇਸ਼ੈਂਟ ਦੀ ਫਿਰ ਮੁੜ ਕੇ ਲਾਈਫ ਸਪੈਨ ਕਹਿੰਦੇ 2 ਜਾਂ 3 ਮਹੀਨੇ ਦੀ ਹੈਗੀ ਆ, ਕੀ ਕਹਿਣਾ ਚਾਹੋਗੇ ਕੀ ਮਤਲਬ ਕੀ ਇਹ ਐਕਸੀਡੈਂਟਲ ਚੀਜ਼ਾਂ ਜਾਂ ਇੱਕਦਮ ਟਿਊਮਰ ਬਣ ਜਾਂਦਾ? ਜਦੋਂ ਵੀ ਕੋਈ ਲਿਵਰ ਖਰਾਬ ਹੁੰਦਾ, ਲਿਵਰ ਖਰਾਬ ਹੋਣ ਦੇ ਮੇਨ ਕਾਰਨ ਸਭ ਤੋਂ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਅਲਕੋਹਲ ਹੈ, ਸ਼ਰਾਬ ਹੈ, ਦੂਸਰੇ ਨੰਬਰ 'ਤੇ ਕਾਲਾ ਪੀਲੀਆ, ਤੀਜੇ ਨੰਬਰ 'ਤੇ ਮੋਟਾਪਾ ਹੈ। ਇਹ ਸਾਰੀਆਂ ਚੀਜ਼ਾਂ ਕਰਕੇ ਜਿਹੜੀਆਂ ਇਹ ਸਾਰੀਆਂ ਕੰਬਾਈਨਡ ਨੇ, ਇਹ ਸਾਰੀਆਂ ਲਿਵਰ ਸਿਰੋਸਿਸ ਪੈਦਾ ਕਰਦੀਆਂ, ਜਿਹਦੇ 'ਚ ਲਿਵਰ ਖਰਾਬ ਹੋ ਜਾਂਦਾ। ਸਿਰੋਸਿਸ ਜਿਹੜਾ ਜਦੋਂ ਇੱਕ ਵਾਰ ਡਿਵੈਲਪ ਹੋ ਜਾਂਦਾ, ਉਹਦੇ ਵਿੱਚ ਫਿਰ ਅੱਗੇ ਲਿਵਰ ਦਾ ਕੈਂਸਰ ਡਿਵੈਲਪ ਹੁੰਦਾ। ਲਿਵਰ ਦੇ ਕੈਂਸਰ ਡਿਵੈਲਪ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਹੁਣ ਕੋਈ ਆਪਾਂ ਕੁਝ ਕਰ ਨਹੀਂ ਸਕਦੇ। ਲਿਵਰ ਕੈਂਸਰ ਅੱਜ ਕੱਲ੍ਹ ਬਹੁਤ ਹੀ ਵਧੀਆ ਇਹਦਾ ਇਲਾਜ ਆ ਗਏ ਆ। ਈਵਨ ਅਲਟਰਾਸਾਊਂਡ ਦੇ ਵਿੱਚ ਜਾਂ ਸੀਟੀ ਸਕੈਨ ਦੇ ਵਿੱਚ ਦੇਖ ਕੇ ਅਸੀਂ ਉਹ ਟਿਊਮਰ ਨੂੰ ਸਾੜ ਸਕਦੇ ਹਾਂ, ਉਹਦੀ ਸਰਜਰੀ ਵੀ ਪੋਸੀਬਲ। ਅਸੀਂ ਇੱਥੇ ਇਸ ਤਰ੍ਹਾਂ ਦੀਆਂ ਸਰਜਰੀਜ਼ ਵੀ ਕਰਦੇ ਹਾਂ। ਮਾਈਕ੍ਰੋਵੇਵ ਅਬਲੇਸ਼ਨ ਹੁੰਦੀ ਹੈ, ਉਹਦੇ ਨਾਲ ਸਾਰਾ ਉਹਨੂੰ ਟਿਊਮਰ ਨੂੰ ਉਸ ਜਗ੍ਹਾ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਜਾਂਦਾ ਹੈਗਾ। ਹੋਰ ਵੀ ਰੇਡੀਓਲੋਜੀਕਲ ਪ੍ਰੋਸੀਜਰ ਹੁੰਦੇ ਆ ਜਿਹਦੇ ਵਿੱਚ ਅੰਦਰ ਜਾ ਕੇ ਟਿਊਮਰ ਦੇ ਅੰਦਰ ਦਵਾਈ ਦੇਣੀ, ਉਹ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਨੇ ਆਪਣੇ। ਮਤਲਬ ਟੇਸਟ ਵੀ ਕੀ ਇੱਥੇ ਟੇਸਟ ਵੀ ਹੁੰਦੀ ਹੈ ਸਰ? ਟੇਸਟ ਵੀ ਹੁੰਦੀ ਹੈ, ਟੇਅਰ ਵੀ ਹੁੰਦੀ ਹੈ ਜੀ, ਦੋਨੋਂ ਚੀਜ਼ਾਂ ਹੁੰਦੀਆਂ ਨੇ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਜਿਹੜਾ ਹਿੰਦੁਸਤਾਨ ਦਾ, ਪੰਜਾਬ ਦਾ ਖਾਸ ਕਰਕੇ ਲਾਈਫ ਸਟਾਈਲ ਆ ਜਿਹੜੇ ਰਿਚ ਫੂਡ ਔਰ ਜਿਸ ਤਰੀਕੇ ਨਾਲ ਤੁਸੀਂ ਅਲਕੋਹਲ ਦੀ ਗੱਲ ਕੀਤੀ ਹੈਗੀ ਆ, ਕੀ ਕਹਿਣਾ ਚਾਹੋਗੇ ਕਿ ਬਚਪਨ ਤੋਂ ਹੀ ਜਿਹੜੇ ਬੱਚੇ ਹੈਗੇ ਅੱਜ ਕੱਲ੍ਹ ਮੋਰਲ ਓਬਸਟਰੀ ਦਾ ਜਿਹੜਾ ਹੈਗਾ ਸ਼ਿਕਾਰ ਹੁੰਦੇ ਜਾਂਦੇ ਨੇ, ਔਰ ਫੈਟੀ ਲੀਵਰ ਜਿਹੜਾ ਕਿ ਜਿਹਦਾ ਇੱਕ ਐਸਾ ਐਪੀਡੈਮਿਕ ਬਣ ਚੁੱਕਿਆ, ਲੋਕ ਕਹਿੰਦੇ ਸੀ ਕਿ ਸ਼ੂਗਰ ਦੀ ਭਾਰਤ ਕੈਪੀਟਲ ਬਣ ਰਿਹਾ ਹੈਗਾ ਇੰਡੀਆ ਦੀ, ਆਪਣੇ ਵਰਲਡ ਦੀ। ਮੈਨੂੰ ਲੱਗਦਾ ਕਿ ਜਿਸ ਦਿਨ ਫੈਟੀ ਲੀਵਰ ਡਿਵੈਲਪ ਹੋ ਰਿਹਾ ਪੰਜਾਬ ਦੇ ਵਿੱਚ, ਖਾਸ ਕਰਕੇ ਪੰਜਾਬ ਦਾ ਮੇਰੇ ਖਿਆਲ 'ਚ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਕੈਪੀਟਲ ਹੋਊਗੀ ਫੈਟੀ ਲੀਵਰ ਦੀ ਵੀ। ਬਿਲਕੁਲ, ਆਪਣੇ ਪੰਜਾਬ ਦੇ ਖੁੱਲ੍ਹਾ ਖਾਣ ਪੀਣ ਦਾ ਸ਼ੁਰੂ ਤੋਂ ਹੀ ਆਪਣਾ ਰਿਵਾਜ ਰਿਹਾ ਹੈਗਾ। ਆਪਾਂ ਸੈਡੈਂਟਰੀ ਲਾਈਫ ਸਟਾਈਲ ਹੋ ਗਿਆ, ਕੰਮ ਹੱਥੀਂ ਕਰਨ ਵਾਲਾ ਸਾਰਾ ਉਹ ਹੋਰ ਲੋਕਾਂ ਨੇ ਸਾਂਭ ਲਿਆ, ਕੰਮ ਆਪਾਂ ਕਰਨਾ ਨਹੀਂ ਤੇ ਖਾਣਾ ਦੱਬ ਕੇ, ਔਰ ਸਾਰਾ ਖਾਣਾ ਕੀ ਹੈ, ਸਾਰਾ ਫਾਸਟ ਫੂਡ। ਇਹ ਸਾਰੇ ਕਾਰਨ ਹੈ ਫੈਟੀ ਲਿਵਰ ਤੇ ਅਲਟੀਮੇਟਲੀ ਲਿਵਰ ਡਿਜ਼ੀਜ਼ਸ ਦੇ ਵਿੱਚ। ਤੇ ਪੰਜਾਬ ਤਾਂ ਆਪਣਾ ਜਿਹੜੇ ਕਹਿੰਦੇ ਨੇ ਕਿ ਮੋਟਾਪਾ ਤੇ ਡਾਇਬਟੀਜ਼, ਸ਼ੂਗਰ, ਇਹ ਦੋਨਾਂ ਦਾ ਇਹ ਸੈਂਟਰ ਬਣ ਗਿਆ, ਡਾਇਬਸਿਟੀ ਸੈਂਟਰ ਬਣ ਗਿਆ। ਇਹ ਦੋਨੋਂ ਚੀਜ਼ਾਂ ਇਕੱਠੀਆਂ ਆਉਂਦੀਆਂ। ਬਹੁਤ ਸਾਰੇ ਇੱਦਾਂ ਦੇ ਪੇਸ਼ੈਂਟਸ ਹੈ, ਉਹ ਜਦੋਂ ਤੱਕ ਆਪਾਂ ਜੇ ਹੁਣੇ ਤੋਂ ਲਾਈਫ ਸਟਾਈਲ ਮੋਡੀਫਾਈ ਨਹੀਂ ਕਰਾਂਗੇ, ਇਹ ਚੀਜ਼ਾਂ ਵਧਣੀਆਂ ਹੈ ਆਉਣ ਵਾਲੇ ਟਾਈਮ ਦੇ ਵਿੱਚ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ, ਅਗਰ ਇਹ ਪ੍ਰੋਬਲਮਸ ਆ ਵੀ ਜਾਂਦੀਆਂ ਤਾਂ AGI ਜਿਹੜਾ ਹੈਗਾ ਉਹ ਪੇਸ਼ੈਂਟ ਦੀ ਹੈਲਪ ਕਰਨ ਲਈ ਹਮੇਸ਼ਾ ਤਤਪਰ ਹੈਗਾ, ਔਰ ਜਿਸ ਤਰੀਕੇ ਨਾਲ ਡਾਕਟਰਾਂ ਦੀ ਟੀਮ, ਜਿਸ ਤਰੀਕੇ ਨਾਲ ਤੁਹਾਡਾ ਨੋਬਲ ਬਿਹੇਵੀਅਰ, ਜਿਸ ਤਰੀਕੇ ਦੇ ਨਾਲ AGI ਨੇ ਇੱਕ ਸਲੋਗਨ ਹੀ ਲਿੱਤਾ ਕਿ ਅਸੀਂ ਕਿਸੇ ਵੀ ਪੇਸ਼ੈਂਟ ਨੂੰ ਪਹਿਲਾਂ ਵੱਡੇ ਵੱਡੇ ਸ਼ਹਿਰਾਂ 'ਚ ਦਿੱਲੀ ਜਾਣਾ ਪੈਂਦਾ ਸੀ, ਤਾਂ ਔਰ ਹਸਪੀਟਲਾਂ ਨੂੰ ਵਿਜ਼ਿਟ ਕਰਨਾ ਪੈਂਦਾ ਹੈ, ਔਰ ਅੱਜ ਜਿਹੜਾ ਹੈਗਾ ਇਹ ਇੱਕ ਲੁਧਿਆਣੇ 'ਚ ਹੀ ਟੈਕਨੀਕਾਂ ਜੀ ਹੈਗੀਆਂ ਜਿਹਦੇ ਨਾਲ ਪੇਸ਼ੈਂਟ ਨੂੰ ਅਸੀਂ ਲਾਈਫ ਵੀ ਲੌਂਗ ਕਰ ਸਕਦੇ ਹਾਂ। ਅਗਰ ਕੋਈ ਜ਼ਿਆਦਾ ਪ੍ਰੋਬਲਮ ਹੈਗੀ ਹੈ ਤਾਂ ਆਪਰੇਸ਼ਨ ਵੀ ਹਰ ਤਰ੍ਹਾਂ ਦੇ ਅਵੇਲੇਬਲ ਆ। ਅਸੀਂ AGI ਦੇ ਵਿੱਚ ਪੇਸ਼ੈਂਟਸ ਦੀ ਪਹਿਲਾਂ ਪ੍ਰੀਵੈਂਟਿਵ ਮੈਡੀਸਨ ਉਹ ਵੀ ਸ਼ੁਰੂ ਕਰ ਰਹੇ ਹਾਂਗੇ। ਉਹਦੇ ਵਿੱਚ ਜਗ੍ਹਾ ਜਗ੍ਹਾ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨਾ, ਹੈਪੇਟਾਈਟਿਸ C ਬਾਰੇ, ਹੈਪੇਟਾਈਟਿਸ B ਬਾਰੇ, ਇਹਨਾਂ ਦੇ ਇਲਾਜ ਦੇ ਬਾਰੇ। ਸਭ ਤੋਂ ਪਹਿਲਾਂ ਪ੍ਰੀਵੈਂਸ਼ਨ ਸਭ ਤੋਂ ਵੱਡੀ ਗੱਲ ਆ। ਬਿਮਾਰੀ ਆਉਣ ਤੋਂ ਪਹਿਲਾਂ ਹੀ ਰੋਕਣਾ ਉਹ ਸਭ ਤੋਂ ਵੱਡੀ ਗੱਲ ਹੈ। ਉਸ ਤੋਂ ਬਾਅਦ ਜੇ ਬਿਮਾਰੀ ਆ ਜਾਵੇ, ਉਹਦੇ ਸਿੰਪਟਮਸ ਅਰਲੀ ਡਿਟੈਕਟ ਕਰਨਾ, ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਉਹ ਵੀ ਸਾਡਾ ਇੱਕ ਡਾਕਟਰ ਹੋਣ ਦੇ ਨਾਤੇ, ਇੱਕ ਸੁਸਾਇਟੀ ਦੇ ਮੈਂਬਰ ਹੋਣ ਦੇ ਨਾਤੇ ਉਹ ਵੀ ਸਾਡਾ ਫਰਜ਼ ਬਣਦਾ। ਔਰ ਜੇ ਲੇਟ ਸਟੇਜਸ ਦੇ ਵਿੱਚ ਕੋਈ ਵੀ ਪੇਸ਼ੈਂਟ ਦਾ ਉਹਦਾ ਅੱਗੇ ਇਲਾਜ ਕਰਨਾ, ਇਹ ਸਾਰੇ ਇੱਕ ਡਾਕਟਰ ਹੋਣ ਦੇ ਨਾਤੇ ਸਾਡੇ ਏਮ ਨੇ। ਉਹ ਅਸੀਂ ਸਾਰੇ ਇੱਕ ਤਰ੍ਹਾਂ ਨਾਲ ਸਾਰੇ ਉਸ ਚੀਜ਼ 'ਤੇ ਉਹ ਕੰਮ ਕਰ ਰਹੇ ਹਾਂ ਅਸੀਂ। ਥੈਂਕ ਯੂ, ਤੁਹਾਡਾ ਧੰਨਵਾਦ ਸਮਾਂ ਦੇਣ ਲਈ। ਥੈਂਕ ਯੂ ਵੈਰੀ ਮਚ ਜੀ। ਤੁਹਾਡਾ ਪੰਜਾਬ ਪਲੱਸ ਦਾ ਵੀ ਬਹੁਤ ਬਹੁਤ ਧੰਨਵਾਦ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਨਿਰਮਲਜੀਤ ਸਿੰਘ ਮੱਲੀ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਗੈਸਟੋ 'ਚ ਆਪਣੀ ਸੇਵਾਵਾਂ ਦੇ ਰਹੇ ਨੇ, ਔਰ AGI ਹਸਪੀਟਲ ਜਿਹੜਾ ਕਿ ਇੱਕ ਕੰਪਲੀਟ ਗੈਸਟੋ ਦਾ ਹਸਪੀਟਲ ਹੈ, ਉਹਦੇ 'ਚ ਅਸੀਂ ਗੱਲ ਕਰ ਰਹੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਅਗਰ ਆਪਾਂ ਗੱਲ ਕਰ ਲਈ ਹੈਪੇਟਾਈਟਿਸ B C ਦੀ ਗੱਲ ਕਰ ਲਈਏ, ਜਿਹੜਾ ਕਿ ਕਾਫੀ ਵੱਡਾ ਜਿਹੜਾ ਹੈਗਾ ਹਿੱਸਾ ਪੰਜਾਬ ਦਾ, ਉਹਨੂੰ ਉਹ ਆਪਦੀ ਚਪੇਟ 'ਚ ਲੈ ਚੁੱਕਿਆ ਸੀਗਾ, ਔਰ ਬਹੁਤ ਸਾਰੇ ਲੋਕਾਂ ਨੂੰ ਲਿਵਰ ਕੈਂਸਰ ਦੇ ਨਾਲ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ। ਕੀ ਕਹਿਣਾ ਚਾਹੋਗੇ ਕਿ ਉਸ ਸਮੇਂ ਦਾ ਹੈਪੇਟਾਈਟਿਸ B C ਔਰ ਅੱਜ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਮੈਡੀਸਿਨਸ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਸਿਸਟਮ ਬਣ ਗਿਆ, ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਦੋ ਗੱਲਾਂ ਹੈ ਜੇ ਮੈਂ ਦਰਸ਼ਕਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹੈਗਾ। ਇੱਕ ਤਾਂ ਜਿਹੜਾ ਕਿਸ ਤਰੀਕੇ ਨਾਲ ਹੈਪੇਟਾਈਟਿਸ B ਤੇ C ਫੈਲਦਾ ਹੈ। ਬਹੁਤ ਪਹਿਲਾਂ ਲੋਕਾਂ 'ਚ ਧਾਰਨਾ ਸੀ ਕਿ ਸ਼ਾਇਦ ਸਾਡੇ ਪਿੰਡਾਂ ਦਾ ਪਾਣੀ ਹੀ ਖਰਾਬ ਹੈਗਾ, ਜਿਹਦੇ ਕਰਕੇ ਸ਼ਾਇਦ ਇਸ ਬਹੁਤ ਗਿਣਤੀ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ B ਤੇ C ਫੈਲਿਆ। ਇਹ ਦੋਨੋਂ ਬਿਮਾਰੀਆਂ ਪਾਣੀ ਦੇ ਨਾਲ ਜਾਂ ਗੰਦੇ ਖਾਣੇ ਨਾਲ ਫੈਲਣ ਵਾਲੀਆਂ ਨਹੀਂ ਹੈਗੀਆਂ। ਜੋ ਗੰਦੇ ਪਾਣੀ ਉਹਨਾਂ ਫੈਲਦੀਆਂ ਉਹ ਹੈਪੇਟਾਈਟਿਸ A ਤੇ E, ਉਹ ਵੱਖਰੇ ਕਿਸਮ ਦਾ ਪੀਲੀਆ ਹੁੰਦਾ ਹੈ।
ਇਹਦਾ ਮੇਨ ਸਾਧਨ ਸਾਰਾ ਸੂਈਆਂ ਦੇ ਨਾਲ ਹੁੰਦਾ ਹੈ। ਪੁਰਾਣੇ ਜ਼ਮਾਨਿਆਂ 'ਚ ਕਈ ਜਗ੍ਹਾ ਕਈ ਪਿੰਡਾਂ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਡਾਕਟਰਸ ਹੈਗੇ ਉਹ ਰੀਯੂਜ਼ੇਬਲ ਨੀਡਲ ਜਾਂ ਸਿਰਿੰਜਸ ਗਲਾਸ ਸਿਰਿੰਜਸ ਹੁੰਦੀਆਂ ਸੀ, ਗਰਮ ਪਾਣੀ ਦੇ ਵਿੱਚ ਹੋ ਕੇ ਇੱਕ ਤੋਂ ਦੂਜੇ ਇਨਸਾਨ, ਉਹ ਇੱਕ ਵੱਡਾ ਕਾਰਨ ਅੱਜ ਤੋਂ 25 30 35 ਸਾਲ ਪਹਿਲਾਂ ਇੱਕ ਉਹ ਸਾਧਨ ਬਣਿਆ ਜਿਹਦੇ ਨਾਲ ਇਹ ਪੰਜਾਬ ਦੇ ਕੁਝ ਇਲਾਕਿਆਂ 'ਚ ਬਹੁਤ ਫੈਲਿਆ। ਹੁਣ ਦੀ ਡੇਟ ਵਿੱਚ ਜੋ ਫੈਲ ਰਿਹਾ ਹੈ ਜਾਂ ਜਿਹੜੇ ਕੇਸਿਸ ਆ ਰਹੇ ਆ ਉਹ ਮੇਨਲੀ ਯੰਗ ਲੜਕਿਆਂ ਵਿੱਚ ਆ ਜਿਹੜੇ ਡਰਗ ਐਡਿਕਟਸ ਹੈਗੇ ਆ, ਜਿੱਥੇ ਗਰੁੱਪ ਆਫ ਪੀਪਲ ਹੁੰਦੇ ਆ ਕੁਝ ਰਲ ਕੇ ਇੱਕੋ ਸੂਈਆਂ ਦੇ ਨਾਲ ਹੀ, ਜਿਵੇਂ ਆਪਾਂ ਉਹ ਚਿੱਟੇ ਦਾ ਸੇਵਨ ਕਹਿੰਦੇ ਹਾਂ ਜਾਂ ਹੈਰੋਇਨ ਦੇ ਇੰਜੈਕਸ਼ਨਸ, ਉਹ ਹੁਣ ਮੇਨ ਜ਼ਰੀਆ ਹੈ ਜਿਹਦੇ ਰਾਹੀਂ ਹਜੇ ਵੀ ਕੁਛ ਨਾ ਕੁਛ ਹੈਪੇਟਾਈਟਸ ਸੀ ਜਾਂ ਬੀ ਦੀ ਟਰਾਂਸਮਿਸ਼ਨ ਪੰਜਾਬ ਦੇ ਵਿੱਚ ਹੋ ਰਹੀ ਹੈ। ਜਿਹੜਾ ਤੁਸੀਂ ਪੁੱਛਿਆ ਸਵਾਲ ਇਲਾਜ ਦਾ, ਹੈਪੇਟਾਈਟਸ ਸੀ ਅੱਜ ਦੀ ਡੇਟ ਦੇ ਵਿੱਚ ਪੂਰੇ ਤੌਰ 'ਤੇ ਇਲਾਜ ਯੋਗ ਬਿਮਾਰੀ ਹੈ। ਇਹਦੀਆਂ ਬਹੁਤ ਅੱਛੀਆਂ ਦਵਾਈਆਂ ਕੁਝ ਸਰਕਾਰੀ ਹਸਪਤਾਲਾਂ 'ਚ ਫ੍ਰੀ ਵੀ ਲੋਕਾਂ ਨੂੰ ਮੁਹੱਈਆ ਕਰਾ ਰਹੀ ਹੈ, ਪਰ ਪ੍ਰੈਕਟਿਸ ਜਿਹੜੇ ਬਾਹਰ ਪ੍ਰਾਈਵੇਟ ਸੈਕਟਰ 'ਚ ਵੀ ਅਵੇਲੇਬਲ ਆ ਉਹਦੀ ਵੀ ਕੀਮਤ ਟਾਈਮ ਨਾਲ ਬਹੁਤ ਘੱਟ ਗਈ ਹੈ। ਔਰ ਬਹੁਤੇ ਲੋਕਾਂ 'ਚ 3 ਮਹੀਨੇ ਦਾ ਇਲਾਜ ਹੁੰਦਾ ਹੈਪੇਟਾਈਟਸ ਸੀ ਦਾ, ਰੋਜ਼ ਦੀ ਇੱਕ ਟੈਬਲੇਟ ਲੈਣੀ ਹੁੰਦੀ ਹੈ, ਔਰ ਜੇ ਪੇਸ਼ੈਂਟ ਪੂਰੇ ਤੌਰ ਨਾਲ ਲੈਂਦਾ ਹੈ ਤੇ ਲਗਭਗ ਪੂਰੇ ਚਾਂਸ ਹੁੰਦੇ ਆ ਕਿ ਇਹ ਕੀਟਾਣੂ ਸਰੀਰ 'ਚੋਂ ਕੰਪਲੀਟਲੀ ਕਲੀਅਰ ਹੋ ਜਾਂਦਾ ਹੈ। ਹੈਪੇਟਾਈਟਸ ਬੀ ਦਾ ਇਲਾਜ ਉਨਾ ਸਟਰੋਂਗ ਨਹੀਂ ਹੈ ਜਿੰਨਾ ਸੀ ਦਾ ਹੈ, ਬਟ ਇਹਦੇ ਲਈ ਵੀ ਹੁਣ ਦਵਾਈਆਂ ਓਰਲ ਟੈਬਲੇਟਸ ਹੈਗੀਆਂ, ਬਟ ਉਹ ਇੱਕ ਸਪੈਸੀਫਾਈਡ ਪੀਰੀਅਡ ਨਹੀਂ ਹੁੰਦਾ, ਉਹ ਕਈ ਦਫਾ ਲੰਬਾ ਪੀਰੀਅਡ ਕੁਝ ਸਾਲਾਂ ਦੇ ਉੱਤੇ 3 ਸਾਲ 4 ਸਾਲ ਜਾਂ 5 ਸਾਲ ਹੀ ਉਹ ਦਵਾਈਆਂ ਲੈਣੀਆਂ ਪੈਂਦੀਆਂ, ਬਟ ਉਹਦੇ ਨਾਲ ਵੀ ਕੀਟਾਣੂ ਹੌਲੀ ਕਰਕੇ ਸਰੀਰ ਦੇ ਵਿੱਚੋਂ ਖਤਮ ਹੋ ਜਾਂਦਾ ਹੈ। ਡਾਕਟਰ ਸਾਹਿਬ, ਇਹ ਜਿਹੜਾ ਹਸਪੀਟਲ ਆਪਣਾ ਜਿਹਦੇ ਤੁਸੀਂ ਕੰਪਲੀਟ ਗੈਸਟੋ ਦਾ ਬਣਾਇਆ, ਕੀ ਕਹਿਣਾ ਚਾਹੋਗੇ ਕਿ ਹਰ ਤਰ੍ਹਾਂ ਦੀ ਫੈਸਿਲਿਟੀ ਇੱਥੇ ਅਵੇਲੇਬਲ ਹੈ ਔਰ ਰਾਊਂਡ ਦੀ ਕਲੌਕ ਤੁਹਾਨੂੰ ਡਾਕਟਰਸ ਦੀ ਟੀਮ, ਸਰਜਰੀ ਦੀ ਟੀਮ, ਹਰ ਤਰ੍ਹਾਂ ਦਾ ਤੁਹਾਨੂੰ ਮਤਲਬ ਇਸ ਇੱਕ ਬਹੁਤ ਗ੍ਰੇਸਫੁਲੀ ਜਿਹੜਾ ਹੈਗਾ ਇੱਕ ਯੂਨਿਟੀ ਗੈਸਟੋ ਦਾ ਬਣਿਆ? ਹਾਂਜੀ ਜੀ, ਅਸੀਂ ਇੱਕ ਉਹਦੇ ਲਈ ਉਪਰਾਲਾ ਕੀਤਾ ਹੈਗਾ ਇੱਕ ਟੀਮ ਵਰਕ ਦਾ। ਅਗਰ ਦੇਖੀਏ ਆਪਾਂ ਦੁਨੀਆ ਭਰ ਦੇ ਸਭ ਜਗ੍ਹਾ ਇਹ ਜਿਹੜਾ ਵੀ ਮੈਡੀਕਲ ਸਾਇੰਸ ਉਹ ਟੀਮਸ ਹੀ ਕੰਮ ਕਰਦੀਆਂ, ਤਾਂ ਸਾਡੀ ਟੀਮ ਦੇ ਵਿੱਚ ਵੀ ਅਸੀਂ ਜੇ 6 ਮੁੱਖ ਚਿਹਰੇ ਕਹੀਏ, ਭਾਵੇਂ ਮੈਂ ਓਰਲ ਇੰਚਾਰਜ ਹੈਗਾ, ਬਟ ਸਾਡੇ 3 ਗੈਸਟਰੋਐਂਟਰੋਲੋਜਿਸਟ, 2 ਗੈਸਟਰੋ ਸਰਜਨ ਔਰ ਇੱਕ GI ਓਨਕੋਲੋਜਿਸਟ ਬੋਲਦੇ ਜਿਹੜੇ ਕਿ ਗੈਸਟਰੋ ਦੇ ਕੈਂਸਰ ਦੇ ਨਾਲ ਡੀਲ ਕਰਦੇ ਹੈਗੇ। ਤਾਂ ਉਹ 'ਚ ਫਿਰ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਪੇਸ਼ੈਂਟ ਨੂੰ ਇੱਕ ਸਿੰਗਲ ਜਗ੍ਹਾ ਦੇ ਉੱਤੇ ਆ ਕੇ ਉਹਦਾ ਜੋ ਵੀ ਇਲਾਜ ਪਾਓ ਉਹ ਮੈਡੀਕਲ ਰਾਹੀਂ ਹੈ, ਸਰਜੀਕਲ ਆ, ਕੈਂਸਰ ਦਾ ਇਲਾਜ ਹੈਗਾ, ਔਰ ਬਾਕੀ ਹੋਰ ਸੇਵਾਵਾਂ ਪਹੁੰਚ ਤੁਹਾਨੂੰ ਰੇਡੀਓਲੋਜੀ ਦੀ ਲੋੜ ਪੈਂਦੀ ਹੈ, CT MRI ਐਡਮਿਸ਼ਨ, ਹਰ ਇੱਕ ਚੀਜ਼ ਇੱਕ ਸਿੰਗਲ ਥਾਂ ਦੇ ਉੱਤੇ ਹੀ ਹੈ। ਔਰ ਸਾਰੀ ਟੀਮ ਹੋਣ ਦੇ ਨਾਲ ਹੀ ਆ ਜਿੱਥੇ ਸਾਨੂੰ ਇੱਕ ਤੋਂ ਵੱਧ ਜਾਣੇ ਦੀ ਰਾਏ ਦੀ ਲੋੜ ਪੈਂਦੀ ਹੈ, ਉਹ ਨਾਲ ਉਹ ਓਪੀਨੀਅਨ ਉਸੇ ਸਮੇਂ ਹੀ ਮਿਲ ਜਾਂਦੀ ਹੈ। ਤਾਂ ਉਹ ਇੱਕ ਪੇਸ਼ੈਂਟ ਲਈ ਬਹੁਤ ਵੱਡਾ ਇੱਕ ਬੈਨੀਫਿਟ ਕਹਿ ਸਕਦੇ ਹਾਂ, ਬੜਾ ਐਡਵਾਂਟੇਜ ਵਾਲਾ ਫੈਕਟਰ ਹੈਗਾ ਹੈ। ਐਂਡ ਸਭ ਫੈਟੀ ਲਿਵਰ ਜਿਹੜਾ ਅੱਜ ਮਤਲਬ ਜਿੱਦਾਂ ਲੋਕ ਕਹਿੰਦੇ ਸੀ ਕੈਪੀਟਲ ਬਣ ਰਿਹਾ ਇੰਡੀਆ ਸ਼ੂਗਰ ਦੀ, ਮੈਨੂੰ ਲੱਗਦਾ ਪੰਜਾਬ ਸਾਡਾ ਹੈਗਾ ਕੈਪੀਟਲ ਬਣ ਜਾਏਗਾ ਫੈਟੀ ਲਿਵਰ ਦੀ, ਕੀ ਕਹਿਣਾ ਚਾਹੋਗੇ? ਬਹੁਤ ਸਹੀ ਗੱਲ ਤੁਸੀਂ ਇਹ ਪੁੱਛੀ ਹੈਗੀ। ਤਾਂ ਫੈਟੀ ਲਿਵਰ ਪੰਜਾਬ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ, ਫੈਟੀ ਲਿਵਰ ਤੇ ਡਾਇਬਟੀਜ਼ ਜਾਂ ਸ਼ੂਗਰ ਇਹ ਦੋਨੋਂ ਬਿਮਾਰੀਆਂ ਆਪਸ ਜੁੜੀਆਂ ਹੋਈਆਂ ਵੀ ਆ ਤੇ ਨਾਲ ਵੀ ਚੱਲਦੀਆਂ ਹੈ। ਤਾਂ ਜਿਵੇਂ ਆਪਣੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਪੰਜਾਬ 'ਚ ਮੋਟਾਪਾ ਵੱਧ ਰਿਹਾ, ਸ਼ੂਗਰ ਵੱਧ ਰਹੀ ਆ, ਉਸੇ ਤਰੀਕੇ ਨਾਲ ਫੈਟੀ ਲਿਵਰ ਵੀ ਵੱਧ ਰਿਹਾ ਹੈ। ਤਾਂ ਇਹ 'ਚ ਫੈਟੀ ਲਿਵਰ ਦਾ ਮੇਨ ਇਹ ਆ ਕਿ ਜਿਵੇਂ ਸੀਪੀਲੀਆ ਜੋ ਲਿਵਰ ਦਾ ਨੁਕਸਾਨ ਕਰਦਾ, ਉਹਦੇ ਬਰਾਬਰ ਦਾ ਜਾਂ ਉਸ ਤੋਂ ਵੱਧ ਨੁਕਸਾਨ ਲੰਬੇ ਸਮੇਂ 'ਚ ਫੈਟੀ ਲਿਵਰ ਦਾ ਕਰਦਾ ਹੈ। ਉਹਨਾਂ ਲਿਵਰ ਗਲਣਾ ਸ਼ੁਰੂ ਹੋ ਜਾਂਦਾ ਜਿਹਨੂੰ ਆਪਾਂ ਲਿਵਰ ਸਿਰੋਸਿਸ ਬੋਲਦੇ ਹਾਂ। ਔਰ ਪੰਜਾਬ 'ਚ ਲਿਵਰ ਕੈਂਸਰ ਦਾ ਇੱਕ ਬਹੁਤ ਵੱਡਾ ਕਾਰਨ ਫੈਟੀ ਲਿਵਰ ਡਿਜ਼ੀਜ਼ ਜਾਂ ਜਿਹਨੂੰ ਅਸੀਂ ਨੈਸ਼ ਦਾ ਨਾਮ ਦਿੰਦੇ ਹਾਂ, ਉਹ ਹੁਣ ਇੱਕ ਇਮਰਜ ਹੋ ਕੇ ਆ ਰਿਹਾ ਹੈ। ਤਾਂ ਇਹ ਵੀ ਬੜਾ ਜ਼ਰੂਰੀ ਹੈ ਕਿ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਵੀ ਜਾਗਰੂਕ ਕਰਨਾ, ਜਿਹ 'ਚ ਆਪਣਾ ਡਾਈਟ ਦਾ ਕੰਟਰੋਲ, ਸ਼ਰਾਬ ਦਾ ਕੰਟਰੋਲ, ਵੇਟ ਦਾ ਕੰਟਰੋਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਲਿਵਰ ਦੀ ਤੰਦਰੁਸਤੀ ਵਾਸਤੇ ਬਹੁਤ ਜ਼ਰੂਰੀ ਹਨ, ਉਹਦੇ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਬਸ ਅਗਰ ਪੇਸ਼ੈਂਟ ਪਹਿਲੀ ਜਾਂ ਸੈਕੰਡ ਸਟੇਜ ਦੇ ਵਿੱਚ ਹੀ ਤੁਹਾਡੇ ਕੋਲ ਪਹੁੰਚ ਜਾਂਦੇ ਆ ਤਾਂ ਬੜਾ ਈਜ਼ੀ ਇਹਦੇ ਲਈ ਟ੍ਰੀਟੇਬਲ ਹੈਗਾ। ਔਰ ਅਗਰ ਪੇਸ਼ੈਂਟਸ ਆਪਣੇ ਟੋਟਕਿਆਂ ਦੇ ਵਿੱਚ ਜਾਂ ਜਿੱਦਾਂ ਉਹਨਾਂ ਦੇ ਮਾਈਂਡ 'ਚ ਹੁੰਦਾ ਕਿ ਮੈਂ ਆਹ ਚੀਜ਼ ਖਾ ਕੇ ਦੇਖ ਲਾਂ, ਮੈਂ ਇੱਦਾਂ ਕਰ ਲਾਂ, ਜਿਹੜਾ ਕਿ ਪੰਜਾਬ ਦਾ ਅੱਜ ਕੱਲ੍ਹ ਸਿਨੈਰੀਓ ਆ, ਕੀ ਕਹਿਣਾ ਚਾਹੋਗੇ ਕਿ ਫੈਟੀ ਲਿਵਰ ਦੇ ਅਗਰ ਤੁਹਾਨੂੰ ਲੱਗਦਾ ਥੋੜ੍ਹਾ ਜਿਹਾ, ਉਹਨੂੰ ਲਾਈਟਲੀ ਨਹੀਂ ਲੈਣਾ, ਉਹਨੂੰ ਪੂਰਾ ਸੀਰੀਅਸਲੀ ਲੈ ਕੇ ਦੁਬਾਰਾ ਤੋਂ ਅਲਟਰਾਸਾਊਂਡ ਤੁਹਾਨੂੰ 3-4 ਮਹੀਨੇ ਬਾਅਦ ਜ਼ਰੂਰ ਕਰਨਾ? ਬਿਲਕੁਲ ਇਹ ਪਹਿਲਾਂ ਇੱਕ ਜਦੋਂ ਵੀ ਫੈਟੀ ਲਿਵਰ ਦਾ ਪਤਾ ਲੱਗਦਾ ਹੈ, ਇੱਕ ਤਾਂ ਪ੍ਰੋਪਰ ਸਪੈਸ਼ਲਿਸਟ ਨੂੰ ਮਿਲਣਾ ਬਹੁਤ ਜ਼ਰੂਰੀ ਹੈ। ਉਹਦੇ ਕੁਝ ਬਲੱਡ ਟੈਸਟ ਵੀ ਹੁੰਦੇ ਜਿਹਨੂੰ ਆਪਾਂ ਲਿਵਰ ਫੰਕਸ਼ਨ ਟੈਸਟ ਤੇ ਕੁਝ ਹੋਰ ਚੀਜ਼ਾਂ ਬੋਲਦੇ ਹਾਂ, ਉਹ 'ਚ ਦੇਖਣਾ ਕਿ ਲਿਵਰ 'ਤੇ ਕਿੰਨਾ ਅਸਰ ਪੈ ਰਿਹਾ ਹੈ। 3 ਜਾਂ 6 ਮਹੀਨੇ ਜਿਵੇਂ ਤੁਸੀਂ ਹਾਈਲਾਈਟ ਕੀਤਾ, ਅਲਟਰਾਸਾਊਂਡ ਦੀ ਲੋੜ ਪੈਂਦੀ ਹੈ। ਔਰ ਇੱਕ ਅਲਟਰਾਸਾਊਂਡ ਤੋਂ ਹੋਰ ਉੱਪਰ ਟੈਸਟ ਜਿਹਨੂੰ ਅਸੀਂ ਫਾਈਬਰੋਸਕੈਨ ਕਹਿੰਦੇ ਹਾਂ। ਉਹ ਫਾਈਬਰੋਸਕੈਨ ਬਹੁਤ ਬਰੀਕੀ ਦੇ ਨਾਲ ਲਿਵਰ ਦੇ ਵਿੱਚ ਕਿੰਨੀ ਚਿਕਨਾਈ ਜਾਂ ਫੈਟ ਆ ਔਰ ਉਸ ਚਿਕਨਾਈ ਦਾ ਲਿਵਰ 'ਤੇ ਕਿੰਨਾ ਨੁਕਸਾਨ ਹੋ ਰਿਹਾ ਹੈਗਾ, ਜਿਹਨੂੰ ਅਸੀਂ ਫਾਈਬਰੋਸਿਸ ਕਹਿੰਦੇ ਹਾਂ, ਉਹਨੂੰ ਬਹੁਤ ਬਰੀਕੀ ਦੇ ਨਾਲ ਉਹ ਅਸੈਸ ਕਰ ਪਾਉਂਦਾ ਹੈ।
ਐਂਡ ਉਹਦੇ ਨਾਲ ਫਿਰ ਸਾਨੂੰ ਬੜਾ ਆਈਡੀਆ ਲੱਗਦਾ ਕਿ ਇਸ ਪੇਸ਼ੈਂਟ ਨੂੰ ਡਾਈਟ ਤੋਂ ਇਲਾਵਾ ਕਿਹੜੀਆਂ ਮੈਡੀਸਿਨਸ ਦੀ ਲੋੜ ਆ ਜਾਂ ਕਿਹੜੀਆਂ ਹੋਰ ਮੇਜਰਸ ਲੈਣ ਦੀ ਲੋੜ ਆ ਤਾਂ ਕਿ ਇਹਦੀ ਬਿਮਾਰੀ ਹੋਰ ਭੈੜਾ ਰੂਪ ਅੱਗੇ ਅਖਤਿਆਰ ਨਾ ਕਰੇ। ਸਰ ਯੂ ਆਰ ਐਨ ਇੰਸਟੀਟਿਊਸ਼ਨ, ਯੂ ਹੈਵ ਲੌਂਗ ਡਾਟਾਸ, ਔਰ ਸਾਨੂੰ ਇੰਨਾ ਕੁ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਵੈਰੀ ਮਚ। ਡਾਕਟਰ ਨੀਰਜ ਬੰਸਲ ਜਿਹੜੇ MCH ਨੇ ਔਰ ਜਿਹੜੇ ਗੋਡੇ ਚੂਲੇ ਬਦਲਣ ਦੇ ਵਿੱਚ ਬਹੁਤ ਮਾਹਰ ਨੇ ਔਰ ਨਈ ਟੈਕਨੀਕ ਦੇ ਨਾਲ ਉਹ ਗੋਡੇ ਚੂਲੇ ਬਦਲਦੇ ਨੇ। ਅਗਰ ਆਪਾਂ ਗੱਲ ਕਰ ਲਈਏ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨਸ ਦੀ ਤਾਂ ਬੜਾ ਘੱਟ ਚੀਰਾ ਔਰ ਘੱਟ ਦੇ ਨਾਲ ਇਹ ਆਪਣਾ ਆਪਰੇਸ਼ਨਸ ਇੱਥੇ ਅੰਜਾਮ ਦਿੰਦੇ ਨੇ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਹਸਪੀਟਲ ਦੇ ਵਿੱਚ ਗੋਡੇ ਬਦਲਣੇ, ਚੂਲੇ ਬਦਲਣੇ, ਕੋਈ ਰੋਡਸ ਪਾਉਣੀਆਂ, ਕੋਈ ਸਪੋਰਟਸ ਇੰਜਰੀ ਹੈ, ਹਰ ਤਰ੍ਹਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਅਵੇਲੇਬਲ ਹੈਗਾ। ਹੁਣ ਅਸੀਂ ਗੱਲ ਕਰ ਰਹੇ ਹਾਂ ਆਰਥੋ ਕੋਆਰਡੀਨੇਟਰ ਮੈਡਮ, ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਨਵਜੋਤ ਕੌਰ, ਮੈਂ ਇਸ ਹਸਪੀਟਲ ਦੇ ਵਿੱਚ ਪਿਛਲੇ 5 ਸਾਲਾਂ ਤੋਂ ਆਰਥੋ ਕੋਆਰਡੀਨੇਟਰ ਕੰਮ ਕਰ ਰਹੀ ਹਾਂ ਅੰਡਰ ਡਾਕਟਰ ਨੀਰਜ ਬੰਸਲ। ਡਾਕਟਰ ਨੀਰਜ ਬੰਸਲ ਬਹੁਤ ਹੀ ਅੱਛੀ ਟੈਕਨੀਕ ਦੇ ਨਾਲ ਇੱਥੇ ਨੀ ਰਿਪਲੇਸਮੈਂਟ, ਹਿਪ ਰਿਪਲੇਸਮੈਂਟ, ਟਰਾਮਾ ਸਰਜਰੀਜ਼ ਕਰਦੇ ਨੇ। ਇੱਥੇ ਸਾਡੇ ਕੋਲ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਸਰ, ਜਿੱਦਾਂ ਕਿ ਸਾਡੇ ਕੋਲ ਬਹੁਤ ਵਧੀਆ ਸਟਾਫ ਆ ਜੋ ਕਿ ਪੇਸ਼ੈਂਟ ਦੀ ਚੰਗੀ ਤਰ੍ਹਾਂ ਕੇਅਰ ਕਰਦਾ ਵਾ। ਮੈਡਮ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਜਦੋਂ ਫਰੰਟ ਆਫਿਸ ਦੇ ਹੁੰਦੇ ਹੋ, ਜਦੋਂ ਕਿਸੇ ਨੇ ਗੋਡੇ ਚੂਲੇ ਬਦਲਨੇ ਆ, ਕੋਈ ਪ੍ਰੋਬਲਮ ਹੁੰਦੀ ਆ, ਚੂਲੇ ਆਮ ਤੌਰ ਦੇ ਉੱਤੇ ਬਿਰਧ ਏਜ ਵਾਲਿਆਂ ਦੇ ਟੁੱਟਦੇ ਆ ਔਰ ਉਹ ਜਦੋਂ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਫਰੰਟ ਫੇਸ ਤੇ ਉਹਨਾਂ ਦੇ ਨਾਲ ਅਟੈਚ ਹੁੰਦੇ ਹੋ, ਉਹਨਾਂ ਨੂੰ ਕਾਉਂਸਲ ਕਰਦੇ ਹੋ, ਉਹਨਾਂ ਨੂੰ ਦੱਸਦੇ ਹੋ ਕਿ ਇਹ ਜਿਹੜੇ ਆਪਰੇਸ਼ਨਸ ਹੈਗੇ ਆ ਇੱਕ ਪਾਸੇ ਤਾਂ ਤੁਸੀਂ ਸਾਰੀ ਜ਼ਿੰਦਗੀ ਉੱਦਾਂ ਹੀ ਘਸਰ ਜਿਓਗੇ ਔਰ ਇੱਕ ਪਾਸੇ ਅਗਰ ਤੁਹਾਡਾ ਆਪਰੇਸ਼ਨ ਸਕਸੈਸਫੁਲ ਹੋ ਜਾਂਦਾ ਤਾਂ ਤੁਸੀਂ ਆਪਣੀ ਲਾਈਫ ਵਧੀਆ ਲੈ ਸਕਦੇ ਹੋ। ਹਾਂਜੀ ਸਰ, ਬਿਲਕੁਲ। ਇਹ ਸਾਡੇ ਔਰੀਸਨ ਹਸਪੀਟਲ ਦੀ ਐਮਰਜੈਂਸੀ ਹੈ ਜਿਹੜੀ 24 ਘੰਟੇ ਚੱਲਦੀ ਹੈ ਔਰ ਸਾਡੇ ਕੋਲ ਐਕਸਪੀਰੀਅੰਸ ਹੋਲਡਰ ਡਾਕਟਰਸ ਨੇ, ਸਾਡੇ ਸਟਾਫ ਨੇ ਜਿਨ੍ਹਾਂ ਨੂੰ ਬਹੁਤ ਅੱਛਾ ਐਕਸਪੀਰੀਅੰਸ ਹੈ। ਉਹ ਸਾਰੇ ਸਟਾਫ ਨੂੰ ਔਰ ਸਾਰੇ ਡਾਕਟਰਸ ਨੂੰ ਸਭ ਨੂੰ ਪਤਾ ਹੈ ਕਿ ਕੋਈ ਵੀ ਐਮਰਜੈਂਸੀ ਆਉਂਦੀ ਤਾਂ ਉਹਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ ਹੈ। ਹਸਪਤਾਲ ਦੇ ਵਿੱਚ ਇਨ ਹਾਊਸ ਫਾਰਮੇਸੀ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਮੈਡੀਸਿਨ ਅਵੇਲੇਬਲ ਰਹਿੰਦੀ ਹੈ। ਇਹ 24/7 ਖੁੱਲ੍ਹੀ ਰਹਿੰਦੀ ਹੈ ਸੋ ਦੈਟ ਕਿ ਪੇਸ਼ੈਂਟਸ ਨੂੰ ਦਵਾਈ ਲਈ ਬਾਹਰ ਨਾ ਜਾਣਾ ਪਵੇ। ਸਤਿ ਸ਼੍ਰੀ ਅਕਾਲ ਜੀ। ਔਰਸਨ ਦੀ ਫਾਰਮੇਸੀ ਹੈ ਜੀ, ਇੱਥੇ 24/7 ਓਪਨ ਰਹਿੰਦੀ ਆ ਔਰ ਪੇਸ਼ੈਂਟ ਨੂੰ ਸਾਰੀ ਮੈਡੀਸਨ ਹਸਪੀਟਲ ਦੇ ਅੰਦਰ ਹੀ ਦਿੱਤੀ ਜਾਂਦੀ ਆ, ਬਾਹਰ ਉਹਨਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਔਰ ਇੱਥੇ ਸਾਡੇ ਕੋਲ ਹਰ ਟਾਈਮ ਫਾਰਮਾਸਿਸਟ ਅਵੇਲੇਬਲ ਹੁੰਦੇ ਆ ਜਿਨ੍ਹਾਂ ਨੂੰ ਮਿਨੀਮਮ 5 ਇਅਰਸ ਦਾ ਐਕਸਪੀਰੀਅੰਸ ਹੈਗਾ ਵਾ। We are here at the Mayo Diagnostic Center, which is a unit in our Orison Super Specialty Hospital. So this whole unit is dedicated to the MRI, CTs and scan. We have a team here who is totally excellent and have the same background experience, which is guided and led by Dr. Sunil Mittal. So we have here noiseless MRI machines and latest technologies for the X-rays, 0.5 Tesla noiseless MRI over here and a single source dual energy CT, DR and mammography all under one roof. Hello, I am Sherman here and I introduce our radiology department. This is our 1.5 Tesla MRI machine which is totally noiseless and it's a very latest model here. So in Mayo Diagnostic we do have single source dual energy CT machine and you can see that, and this is the latest technology in our native place Ludhiana. Orison ਹਸਪਤਾਲ ਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ ਦੇ ਨਾਲ ਨਿਓਨਟਲ ਇੰਟੈਂਸਿਵ ਕੇਅਰ ਯੂਨਿਟ ਹੈ ਜਿਹੜੀ ਕਿ ਟੀਮ ਡਾਕਟਰ ਵਿਕਾਸ ਬੰਸਲ ਤੇ ਡਾਕਟਰ ਮਹਿਕ ਬੰਸਲ ਨਾਲ ਲੀਡ ਕੀਤੀ ਜਾਂਦੀ ਹੈ। ਇੱਥੇ 24/7 ਸਾਰੇ ਇਕਵਿਪਡ ਟੈਕਨੋਲੋਜੀਜ਼ ਰੱਖੀਆਂ ਜਾਂਦੀਆਂ ਨੇ ਤੇ ਨਰਸਿਸ ਤੇ ਡਾਕਟਰਸ ਰਹਿੰਦੇ ਨੇ ਜੋ ਕਿ ਜਿਨ੍ਹਾਂ ਦੇ ਕੋਲ ਬਹੁਤ ਹੀ ਅੱਛਾ ਐਕਸਪੀਰੀਅੰਸ ਹੈ ਤੇ ਸਾਡੇ ਨਾਲ ਡਾਕਟਰ ਸਿਮਰਨ ਨੇ ਜੋ ਕਿ ਇਸ ਟਾਈਮ ਸ਼ਿਫਟ ਤੇ ਨੇ। ਮੈਂ ਡਾਕਟਰ ਸਿਮਰਨ, ਮੈਂ ਇੱਥੇ ਐਜ਼ RMO ਪੀਡੀਆਟ੍ਰਿਕ ਯੂਨਿਟ ਦੇ ਵਿੱਚ ਕੰਮ ਕਰ ਰਹੀ ਹਾਂ ਤੇ ਇਸ ਪੀਡੀਆਟ੍ਰਿਕ ਯੂਨਿਟ ਨੂੰ ਡਾਕਟਰ ਮਹਿਕ ਅਤੇ ਡਾਕਟਰ ਵਿਕਾਸ ਬੰਸਲ ਲੀਡ ਕਰ ਰਹੇ ਹਨ। ਮੇਰੇ ਕੋਲ ਪਿਛਲੇ ਦਿਨੇ ਇੱਕ ਬੱਚਾ ਜੋ ਕਿ 25 ਹਫ਼ਤਿਆਂ ਤੇ ਆਇਆ, ਉਸ ਦਾ ਜੋ ਵਜ਼ਨ ਸੀ 735 ਗ੍ਰਾਮ ਸੀ ਤੇ ਅਸੀਂ ਉਸ ਨੂੰ ਪੂਰੀ ਤਰੀਕੇ ਦੇ ਨਾਲ ਇੱਥੇ ਅੰਡਰ ਆਬਜ਼ਰਵੇਸ਼ਨ ਰੱਖਿਆ, ਪੂਰੀ ਕੇਅਰ ਕੀਤੀ ਤੇ ਉਸ ਨੂੰ ਅਸੀਂ 34 ਹਫ਼ਤਿਆਂ ਦੇ ਉੱਤੇ ਘਰ ਭੇਜਿਆ ਤੇ ਉਸ ਦਾ ਵਜ਼ਨ ਜੋ ਸੀ ਤਕਰੀਬਨ 1.5 ਕਿਲੋ ਦੇ ਕਰੀਬ ਸੀ ਤੇ ਹੁਣ ਉਹ ਬੱਚਾ ਬਿਲਕੁਲ ਤੰਦਰੁਸਤ ਹੈ।
ਹਸਪਤਾਲ ਦੇ ਵਿੱਚ ICU ਦੇ ਨਾਲ ਨਿੱਕੂ ਵੀ ਹੈ ਤੇ ਪਿੱਕੂ ਵੀ ਹੈ, ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ। ਇੱਥੇ ਵੀ ਸਾਡਾ ਜਿਹੜੀ ਟੀਮ ਹੈਗੀ ਹੈ ਡਾਕਟਰ ਵਿਕਾਸ ਬੰਸਲ ਤੇ ਡਾਕਟਰ ਮਹਿਕ ਬੰਸਲ ਵੱਲੋਂ ਲੀਡ ਕੀਤੀ ਜਾਂਦੀ ਹੈ। ਇੱਥੇ ਜਿੰਨਾ ਵੀ ਸਟਾਫ ਹੈ ਉਹ ਪੂਰਾ ਐਕਸਪੀਰੀਅੰਸ ਹੈ ਤੇ ਡੈਡੀਕੇਟਿਡ ਹੈ। ਹਰ ਬੈੱਡ ਦੇ ਉੱਤੇ ਲੇਟੈਸਟ ਟੈਕਨੋਲੋਜੀ ਹੈ ਜਿਹਦੇ ਨਾਲ ਕਿ ਬੱਚਿਆਂ ਨੂੰ ਟਾਈਮ ਟੂ ਟਾਈਮ ਟੈਸਟ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਰਿਪੋਰਟਸ ਵੀ ਜਲਦੀ ਹੀ ਰੈਡੀ ਹੋ ਜਾਂਦੀਆਂ ਨੇ। ਸਾਡੇ ਕੋਲ ਸਾਡੇ ਸਟਾਫ ਨਰਸ ਨੇ ਮਿਸ ਜਸਪ੍ਰੀਤ ਕੌਰ। ਮੇਰਾ ਨਾਮ ਜਸਪ੍ਰੀਤ ਕੌਰ ਹੈ ਔਰ ਅਸੀਂ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਕੰਮ ਕਰਦੇ ਹਾਂ ਤੇ ਡਾਕਟਰ ਮਹਿਕ ਬੰਸਲ ਐਂਡ ਵਿਕਾਸ ਬੰਸਲ ਸਾਨੂੰ ਲੀਡ ਕਰਦੇ ਨੇ। ਇੱਥੇ ਹਰ ਤਰ੍ਹਾਂ ਦੀ ਟੈਕਨੋਲੋਜੀ ਹੈ, ਹਰ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਆ, ਕੰਪਲਿਕੇਟਿਡ ਕੇਸ ਵੀ ਇੱਥੋਂ ਠੀਕ ਹੋ ਕੇ ਜਾਂਦੇ ਆ। ਪੀਡੀਆਟ੍ਰਿਕ ਯੂਨਿਟ ਦੇ ਵਿੱਚ ਦੂਰੋਂ ਪੇਸ਼ੈਂਟਸ ਆਉਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਤੇ ਹੋਪ ਲੈ ਕੇ। ਸਾਡੇ ਕੋਲ ਇਸ ਟਾਈਮ ਨੇਹਾ ਜਿੰਦਲ ਮੈਡਮ ਨੇ ਜਿਨ੍ਹਾਂ ਦਾ ਕਿ ਬੇਬੀ ਇੱਥੇ ਪਿਛਲੇ 3 ਦਿਨਾਂ ਤੋਂ ਐਡਮਿਟ ਹੈ ਪਿੱਕੂ ਯੂਨਿਟ ਦੇ ਵਿੱਚ ਤੇ ਅਸੀਂ ਉਹਨਾਂ ਤੋਂ ਹੁਣ ਰਿव्यू सुनाएंगे इस बारे। अच्छा है, अभी मतलब मेरी बेटी ठीक है। डॉक्टर विकास बंसल और डॉक्टर महक ने मतलब काफ़ी अच्छे से हैंडल किया है। इसको निमोनिया हो गया था, मतलब काफ़ी सीवियर था। तो अभी कल शाम से कुछ बेटर है। ਔਰ ਤੁਹਾਡੇ ਕੀ ਰਿਵਿਊਜ਼ ਨੇ ਹਸਪੀਟਲ ਦੀ ਸਰਵਿਸਿਜ਼ ਬਾਰੇ, ਦਾ ਸਟਾਫ ਬਾਰੇ, ਕਿਹੋ ਜਿਹਾ ਇਹਨਾਂ ਦਾ ਬਿਹੇਵੀਅਰ ਹੈ? स्टाफ काफ़ी सपोर्टिव है, मतलब हमें यहाँ पे कंफर्टेबल है, मतलब ऐसा कुछ नहीं है। और डॉक्टर्स भी मतलब काफ़ी अच्छे हैं जो मतलब टाइम टू टाइम आते हैं और मतलब उनकी सुपरविज़न में सब कुछ बहुत अच्छे से हो रहा है। ਦਰਸ਼ਕੋ ਹੁਣ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਗੁਰਪ੍ਰਤਾਪ ਸਿੰਘ ਸੰਧੂ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ ਡੀ ਐਡਿਕਸ਼ਨ ਸੈਂਟਰ 'ਚ ਇੱਥੇ ਔਰਿਸਨ ਹਸਪੀਟਲ ਦੇ ਵਿੱਚ ਹੀ। ਡਾਕਟਰ ਸਾਹਿਬ ਦਾ ਲੰਬਾ ਐਕਸਪੀਰੀਅੰਸ ਹੈਗਾ, ਲੰਬੇ ਸਮੇਂ ਤੋਂ ਲੋਕਾਂ ਨੂੰ ਸਕੈਟਰੀ ਦੇ ਨਾਲ ਜਿਹੜਾ ਹੈਗਾ ਇੱਕ ਨਵੀਂ ਜ਼ਿੰਦਗੀ ਦੇ ਰਹੇ ਨੇ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਮਿਹਰਬਾਨੀ ਜੀ। ਮੈਂ ਜਿੱਦਾਂ ਦੱਸਿਆ, ਮੈਂ ਡਾਕਟਰ ਗੁਰਪ੍ਰਤਾਪ ਸਿੰਘ ਸੰਧੂ MD ਸੈਕੈਟਰੀ, MD ਮਨੋਰੋਗ। ਇੱਥੇ ਔਰਿਸਨ ਹਸਪੀਟਲ ਵਿੱਚ ਅਸੀਂ ਸਾਈਕੈਟਰੀ ਡਿਪਾਰਟਮੈਂਟ ਨਸ਼ਾ ਛਡਾਊ ਕੇਂਦਰ ਦੇ ਨਾਲ ਸਾਡੇ ਕੋਲ ਲਾਇਸੈਂਸਡ ਨਸ਼ਾ ਛਡਾਊ ਕੇਂਦਰ ਹੈ ਤੇ ਮੈਂਟਲ ਹੈਲਥ ਕੇਅਰ ਐਕਟ ਵਿੱਚ ਰਜਿਸਟਰਡ ਸਾਡਾ ਡਿਪਾਰਟਮੈਂਟ ਹੈ। ਇਹਦੇ ਵਿੱਚ ਅਸੀਂ ਸਾਰੀਆਂ ਮਾਨਸਿਕ ਬਿਮਾਰੀਆਂ, ਦਿਮਾਗੀ ਬਿਮਾਰੀਆਂ, ਸਾਰੇ ਸੈਕਸੁਅਲ ਰੋਗ, ਸੈਕਸ ਰੋਗ, ਮਿਰਗੀ ਦੇ ਰੋਗ ਅਤੇ ਰੀਹੈਬਲੀਟੇਸ਼ਨ ਸਰਵਿਸਿਜ਼, ਸਾਈਕੋਲੋਜੀ ਸਰਵਿਸਿਜ਼, ਕਾਉਂਸਲਿੰਗ ਸਰਵਿਸਿਜ਼, ਸਾਰਾ ਅਸੀਂ ਇੱਥੇ ਆਪਣੀਆਂ ਸੇਵਾਵਾਂ ਦੇ ਰਹੇ ਹਾਂ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਉਹ ਪੇਸ਼ੈਂਟ ਜਿਹੜੇ ਨਸ਼ੇ 'ਚ ਚੂਰ ਸੀਗੇ, ਜਿਹੜੇ ਪੇਸ਼ੈਂਟ ਬਿਲਕੁਲ ਚਿੱਟਾ ਖਾ ਕੇ ਲੋਕਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਸਾਡੇ ਬੱਚੇ ਬਚੇ ਨਾ, ਉਹਨਾਂ ਨੂੰ ਵੀ ਤੁਸੀਂ ਜ਼ਿੰਦਗੀ ਦੇ ਦਿੱਤੀ। ਕੀ ਕਹਿਣਾ ਚਾਹੋਗੇ ਕਿ ਅਗਰ ਟਾਈਮ ਰਹਿੰਦੇ ਬੰਦਾ ਆ ਜਾਵੇ ਹਸਪੀਟਲ ਦੇ ਵਿੱਚ ਤਾਂ ਹਰ ਤਰ੍ਹਾਂ ਦਾ ਇਲਾਜ ਹੈਗਾ? ਬਿਲਕੁਲ ਜੀ, ਇਲਾਜ ਤਾਂ ਦੇਖੋ ਕਿਸੇ ਵੀ ਆਪਣੇ ਬਿਮਾਰੀ ਵਿੱਚ, ਕਿਸੇ ਵੀ ਮਰਜ਼ ਵਿੱਚ ਜੇ ਆਪਾਂ ਥੋੜ੍ਹਾ ਟਾਈਮਲੀ ਡਾਇਗਨੋਸਿਸ ਹੋ ਜਾਵੇ, ਪੇਸ਼ੈਂਟ ਟਾਈਮ ਨਾਲ ਆ ਜਾਵੇ ਤਾਂ ਬਹੁਤ ਅੱਛੇ ਰਿਜ਼ਲਟ ਨਿਕਲਦੇ ਹਨ। ਜਿੱਦਾਂ ਹੁਣ ਬਹੁਤ ਵਧੀਆ ਮੈਡੀਸਨਸ ਆ ਚੁੱਕੀਆਂ ਹਨ। ਸਾਡੇ ਕੋਲ ਐਕਸਪਰਟ ਕਾਉਂਸਲਰ ਮੈਡਮ ਨੇ, ਸਾਈਕੋਲੋਜਿਸਟ ਨੇ, ਐਕਸਪਰਟ ਕਾਉਂਸਲਿੰਗ ਐਡਵਾਈਸ ਹੈ। ਮੈਡੀਸਨ ਦੇ ਨਾਲ ਬਿਲਕੁਲ ਕਿਸੇ ਕਿਸਮ ਦਾ ਵਿਡਰਾਲ ਇਫੈਕਟ ਨਹੀਂ ਆਉਂਦਾ, ਕੋਈ ਤੋੜ ਨਹੀਂ ਲੱਗਦੀ। ਕੁਝ % ਪੇਸ਼ੈਂਟ ਇਹੋ ਜਿਹੇ ਹੁੰਦੇ ਹਨ ਜਿਹੜੇ ਥੋੜ੍ਹੇ ਘਰਦਿਆਂ ਦੇ ਕਹਿਣੇ ਤੋਂ ਬਾਹਰ ਹੁੰਦੇ ਹਨ ਜਾਂ ਜ਼ਰੂਰਤ ਨਾਲ ਜ਼ਿਆਦਾ ਪੈਸਾ ਬਰਬਾਦ ਕਰ ਰਹੇ ਹਨ। ਉਹ ਬਹੁਤ ਥੋੜ੍ਹੇ ਹੁੰਦੇ ਹਨ, 2-3% ਹੁੰਦੇ। ਉਹਨਾਂ ਨੂੰ ਫਿਰ ਸਾਨੂੰ ਰੀਹੈਬ ਸਰਵਿਸ ਨਾਲ ਸਾਡੀਆਂ ਟਾਈ ਅਪ ਹੈਗੀਆਂ ਨੇ, ਉਹਨਾਂ ਨੂੰ ਫਿਰ ਥੋੜ੍ਹੀ ਦੇਰ ਲਈ ਰੀਹੈਬ ਵਿੱਚ ਭੇਜਣਾ ਪੈਂਦਾ। ਉਸ ਤੋਂ ਬਾਅਦ ਫਿਰ OPD 'ਚੋਂ ਵਾਕ ਇਨ ਆ ਕੇ ਆਪਣਾ ਟਰੀਟਮੈਂਟ ਲੈ ਸਕਦੇ ਹਨ। ਜਿੱਥੇ ਤੱਕ ਰਹਿ ਗਈ ਮਾਨਸਿਕ ਰੋਗਾਂ ਦੀ ਗੱਲ, ਇਹਦੇ ਵਿੱਚ ਆਪਾਂ ਨੂੰ ਬੇਸਿਕਲੀ ਤਾਂ ਸਾਡੀ ਸਾਰੇ ਰੋਗਾਂ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਦੀ ਬਹੁਤ ਜ਼ਿਆਦਾ ਲੋੜ ਹੈ। ਥੋੜ੍ਹਾ ਜਿਹਾ ਸਟਿਗਮਾ ਅਟੈਚਡ ਹੈ ਵੀ ਮੈਨੂੰ ਹੀ ਕਿਉਂ। ਮੈਂ ਇੱਥੇ ਇੱਕ ਗੱਲ ਬੜੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਵੀ ਜਿੱਦਾਂ ਆਪਾਂ ਨੂੰ ਕੋਈ ਸਰੀਰਕ ਰੋਗ ਹੁੰਦਾ, ਜਿੱਦਾਂ ਸ਼ੂਗਰ ਹੋ ਜਾਂਦੀ ਹੈ, ਦਮਾ ਹੋ ਜਾਂਦਾ, ਕੋਈ ਹੱਡੀਆਂ ਦਾ ਰੋਗ ਹੋ ਜਾਂਦਾ, ਬਲੱਡ ਪ੍ਰੈਸ਼ਰ ਹੋ ਜਾਂਦਾ, ਉੱਦਾਂ ਹੀ ਇਹ ਮਾਨਸਿਕ ਰੋਗ ਹੋ ਜਾਂਦੇ ਹਨ। ਇਸੇ ਕਰਕੇ ਇਹਨਾਂ ਦੀਆਂ ਦਵਾਈਆਂ ਬਣੀਆਂ ਹਨ ਅਤੇ ਬਹੁਤ ਵਧੀਆ ਇਹਨਾਂ ਦੇ ਰਿਜ਼ਲਟ ਆਉਂਦੇ ਹਨ। ਥੋੜ੍ਹੀ ਜਿਹੀ ਸ਼ੁਰੂ 'ਚ ਪੇਸ਼ੈਂਸ ਰੱਖਣੀ ਪੈਂਦੀ ਹੈ। ਕੋਈ ਕਿਸੇ ਕਿਸਮ ਦੇ ਕਿਸੇ ਵੀ ਐਵੇਂ ਬਿਨਾਂ ਮਤਲਬ ਤੋਂ ਇਹਦੇ ਬਾਰੇ ਜਿਹੜੀਆਂ ਕੋਈ ਮਿਸਕਨਸੈਪਸ਼ਨਸ ਨੇ ਸੋਸਾਇਟੀ, ਉਹਨਾਂ ਨੂੰ ਰਿਮੂਵ ਕਰਨਾ ਚਾਹੀਦਾ ਹੈ। ਬਾਕੀ ਅਗਲੀ ਗੱਲ ਕਿ ਜਿਹੜੀਆਂ ਹੁਣ ਪਿਛਲੇ ਸਾਲ ਦੀਆਂ ਫਿਗਰਸ ਨੇ ਸੁਸਾਈਡ ਦੀਆਂ, ਇੰਡੀਆ ਦੇ ਵਿੱਚ ਪਿਛਲੇ ਸਾਲ 2021 ਵਿੱਚ ਉਸ ਤੋਂ ਪਿਛਲੇ ਸਾਲ ਨਾਲੋਂ 7.5% ਸੁਸਾਈਡਸ ਜਿਹੜੀਆਂ ਆਤਮ ਹੱਤਿਆ ਨੇ ਉਹ ਵੱਧ ਗਈਆਂ ਹਨ। ਜਿਹੜੇ ਕਿ ਇੰਡੀਆ ਵਿੱਚ ਬੜੀਆਂ ਮਤਲਬ ਕਿ 1,60,000 ਲੋਕਾਂ ਦੀਆਂ ਰਿਪੋਰਟਡ ਸੁਸਾਈਡਸ ਨੇ, ਮਤਲਬ ਕਿ 450 ਪਰ ਘੰਟਾ ਰੋਜ਼ ਦੀਆਂ ਅਤੇ 18 ਪਰ ਘੰਟੇ ਸੁਸਾਈਡਸ ਇੰਡੀਆ ਵਿੱਚ ਹੋਈਆਂ ਨੇ। ਅਤੇ 25% ਇਹਨਾਂ ਵਿੱਚ ਦਿਹਾੜੀਦਾਰ ਜਿਹੜੇ ਡੇਲੀ ਵੇਜ ਵਰਕਰਸ ਨੇ ਉਹਨਾਂ ਵਿੱਚ, 8% ਸਟੂਡੈਂਟਸ ਵਿੱਚ ਅਤੇ 6% ਫਾਰਮਰਸ ਵਿੱਚ। ਇਸ ਕਰਕੇ ਗੌਰਮੈਂਟ ਨੂੰ ਸਾਰੇ ਸਕੂਲਸ, ਕਾਲਜਸ, ਉਹਨਾਂ ਦੇ ਹੈਡਸ ਨੂੰ
ਸਾਰੇ ਇੰਸਟੀਟਿਊਟਸ ਨੂੰ ਇਹਦੇ ਬਾਰੇ ਅਵੇਅਰਨੈਸ ਕ੍ਰੀਏਟ ਕਰਨ ਦੀ ਲੋੜ ਹੈ ਕਿ ਜਿੱਥੇ ਵੀ ਕਿਸੇ ਕਿਸਮ ਦਾ ਤੁਹਾਨੂੰ ਕੋਈ ਸੁਸਾਈਡਲ ਪੇਸ਼ੈਂਟ ਜਿਹਦੇ ਅੰਦਰ ਕੋਈ ਵੀ ਆਤਮ ਹੱਤਿਆ ਦਾ ਵਿਚਾਰ ਚੱਲਦਾ ਉਹਨੂੰ ਜਲਦੀ ਤੋਂ ਜਲਦੀ ਕੰਫਰਟੇਬਲ ਇਨਵਾਇਰਨਮੈਂਟ ਦੇ ਕੇ ਉਹਨੂੰ ਪ੍ਰੋਪਰ ਗਾਈਡੈਂਸ ਦੇ ਕੇ ਜਲਦੀ ਤੋਂ ਜਲਦੀ ਕਿਸੇ ਐਕਸਪਰਟ ਸਾਈਕੈਟਰਿਸਟ ਜਾਂ ਸਾਈਕੋਲੋਜਿਸਟ ਕੋਲ ਲੈ ਕੇ ਜਾਇਆ ਜਾਵੇ। ਅਸੀਂ ਬਹੁਤ ਹੱਦ ਤੱਕ ਸੁਸਾਈਡ ਨੂੰ ਪ੍ਰੀਵੈਂਟ ਕਰ ਸਕਦੇ ਹਾਂ ਅਤੇ ਬੜਾ ਸੌਖੇ ਤਰੀਕੇ ਨਾਲ ਕਰ ਸਕਦੇ ਹਾਂ। ਸਿਰਫ ਟਾਈਮਲੀ ਹੈਲਪ ਦੀ ਅਤੇ ਇੰਟਰਵੈਂਸ਼ਨ ਦੀ ਲੋੜ ਹੈ।